ਪਿੰਡਾਂ 'ਚ ਜੌਬ ਕਰਨੀ ਹੈ ਤਾਂ ਫਿਰ ਪੰਜਾਬੀ ਬੋਲਣ ਤੋਂ ਜਾਂ ਪੰਜਾਬੀ ਦੇ ਵਰਡਸ ਯੂਜ਼ ਕਰਨ ਤੋਂ ਕਾਹਦੀ ਝਿਜਕ? ਇਹ ਜਿਹੜੇ ਟੈਕਨੀਕਲ ਟਰਮਸ ਨੇ ਇਹ ਹਸਪਤਾਲ ਤੱਕ ਹੀ ਸੀਮਿਤ ਰਹਿ ਜਾਂਦੀਆਂ, ਘਰ ਕਦੇ ਜਾਂਦੀਆਂ ਹੀ ਨਹੀਂ। ਜਿਹੜੀ ਸਾਡੀ ਸੋਚ ਹੈ ਸਮਾਜ ਦੀ ਕਿ ਕੁੜੀਆਂ ਨੂੰ ਆਹ ਕਰਨਾ ਚਾਹੀਦਾ ਜਾਂ ਕੁੜੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ, ਉਸ ਸੋਚ ਦੇ ਨਾਲ ਖੋਜਣਾ ਜ਼ਿਆਦਾ ਔਖਾ ਲੱਗਾ। ਮੇਰੀ ਫੈਮਿਲੀ, ਮੇਰੇ ਪੇਰੈਂਟਸ ਬਹੁਤ ਪ੍ਰਾਊਡ ਫੀਲ ਕਰਦੇ ਨੇ ਕਿ ਇਹ ਵੈਟਰਨਰੀ ਡਾਕਟਰ ਹੈ। ਜਿਹੜੇ ਟੈਸਟਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੈਟੀਟਿਵਨੈਸ ਹੋਣ ਕਰਕੇ, ਬਹੁਤ ਜ਼ਿਆਦਾ ਰੈਂਕਿੰਗ ਸਿਸਟਮ ਹੋਣ ਕਰਕੇ ਵੀ ਸਟੂਡੈਂਟਸ ਜਿਹੜਾ ਹੈਗਾ ਇੱਥੋਂ ਛੱਡ ਕੇ ਜਾਣਾ ਚਾਹੁੰਦੇ ਆ। ਕੁੜੀਆਂ ਨੂੰ ਆਪਣੀ ਆਈਡੈਂਟੀਟੀ ਲਈ ਮਲਟੀਪਲ ਫਰੰਟਸ ਤੇ ਫਾਈਟ ਕਰਨਾ ਪੈਂਦਾ ਹੈ। ਹਰ ਪੜਾਅ ਤੇ ਨਾ ਇੱਕ ਸਟਰਗਲ ਹੈ। ਵੈਸੇ ਸਾਡੇ ਸਮਾਜ ਦੇ ਵਿੱਚ ਪਿੱਤਰ ਸੱਤਾ ਦਾ ਕਰਕੇ ਜਾਂ ਸਿਸਟਮ ਦਾ ਕਰਕੇ ਕਿੱਤਿਆਂ ਦੇ ਆਧਾਰ ਤੇ ਪਹਿਲਾਂ ਵਰਗ ਵੰਡ ਕੀਤੀ ਗਈ। ਵਰਗ ਵੰਡ ਦੇ ਨਾਲ ਬਹੁਤ ਕੁਝ ਇਹੋ ਜਿਹਾ ਵੀ ਸਥਾਪਿਤ ਕਰ ਦਿੱਤਾ ਗਿਆ ਕਿ ਅੱਧੀ ਆਬਾਦੀ ਯਾਨੀ ਕਿ ਔਰਤਾਂ, ਉਹਨਾਂ ਦਾ ਪਹਿਲਾ ਫਰਜ਼ ਘਰ ਦੀ ਚਾਰ ਦੀਵਾਰੀ ਦੇ ਅੰਦਰ ਕੈਦ ਰਹਿ ਕੇ ਸਿਰਫ ਤੇ ਸਿਰਫ ਘਰ ਨੂੰ ਸੰਭਾਲਣਾ ਹੋਏਗਾ। ਪਰ ਹੁਣ ਇਸ ਅੱਧੀ ਆਬਾਦੀ ਦੇ ਵਿੱਚੋਂ ਕੁਝ ਇਹੋ ਜਿਹਾ ਨਕਸ਼ ਉੱਭਰ ਕੇ ਸਾਹਮਣੇ ਆ ਰਹੇ ਨੇ ਜਿਹੜੇ ਦੱਸ ਰਹੇ ਨੇ ਕਿ ਸਿਰਫ ਉਹ ਚਾਰ ਦੀਵਾਰੀ ਦੇ ਅੰਦਰ ਨਾ ਤਾਂ ਮਹਿਦੂਦ ਰਹਿਣ ਲਈ ਬਣੀਆਂ ਨੇ ਤੇ ਨਾ ਹੀ ਮਹਿਦੂਦ ਰਹਿ ਸਕਦੀਆਂ ਨੇ। ਕਾਬਲੀਅਤ ਦੇ ਦਮ ਤੇ ਬਹੁਤ ਅੱਗੇ ਨਿਕਲਣ ਦਾ ਮਾਦਾ ਉਹਨਾਂ ਦੇ ਅੰਦਰ ਹੈਗਾ ਆ। ਇੱਥੇ ਮੈਨੂੰ ਸੁਖਵਿੰਦਰ ਅੰਮ੍ਰਿਤ ਹੋਰਾਂ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਆ ਕਿ ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ, ਨਹੀਂ ਮੈਂ ਬਰਫ਼ ਦਾ ਟੁਕੜਾ ਕਿ ਪਲ ਵਿੱਚ ਪਿਘਲ ਜਾਵਾਂਗੀ। ਔਰ ਇਹੋ ਜੀ ਇੱਕ ਹਸਤੀ, ਇਹੋ ਜੀ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ। ਡਾਕਟਰ ਰਾਣਾਪ੍ਰੀਤ ਕੌਰ ਗਿੱਲ, ਰਾਣਾਪ੍ਰੀਤ ਕੌਰ ਗਿੱਲ ਹੋਰੀ ਸਾਡੇ ਨਾਲ ਮੌਜੂਦ ਨੇ, ਜਿਹੜੇ ਵੈਟਰਨਰੀ ਡਾਕਟਰ ਨੇ। ਆਮ ਤੌਰ ਤੇ ਇਹ ਕਿੱਤਾ ਜਿਹੜਾ ਆ ਉਹ ਮਰਦਾਂ ਦੇ ਲਈ ਮੰਨਿਆ ਜਾਂਦਾ ਸੀ। ਬਹੁਤ ਘੱਟ ਔਰਤਾਂ ਇਸ ਕਿੱਤੇ ਦੇ ਵਿੱਚ ਆਉਂਦੀਆਂ ਸੀਗੀਆਂ, ਪਰ ਹੁਣ ਮਿੱਥਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ। ਇਸ ਕਿੱਤੇ ਦੇ ਵਿੱਚ ਵੀ ਔਰਤਾਂ ਦੀ ਜਿਹੜੀ ਆ ਉਹ ਸ਼ੁਮਾਰ ਹੋਣਾ ਸ਼ੁਰੂ ਹੋ ਗਿਆ। ਡਾਕਟਰ ਰਾਣਾਪ੍ਰੀਤ ਗਿੱਲ ਹੋਰੀ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਸਰੋਤਿਆਂ ਨੂੰ। ਤੇ ਬਹੁਤ ਵਧੀਆ ਲੱਗ ਰਿਹਾ ਹੈ, ਤੁਸੀਂ ਬੜਾ ਮਾਣ ਦਿੱਤਾ ਮੈਨੂੰ ਇੱਥੇ ਇਨਵਾਈਟ ਕਰਕੇ। ਥੈਂਕ ਯੂ। ਅੱਛਾ ਡਾਕਟਰ ਸਾਹਿਬ, ਆਮ ਤੌਰ ਤੇ ਨਾ ਜਿੱਦਾਂ ਇੱਕ ਮਿੱਥ ਜੀ ਬਣੀ ਹੋਈ ਆ, ਜਾਂ ਇੱਕ ਔਰਤ, ਇੱਕ ਲੜਕੀ ਆਪਣੇ ਮਨ ਦੇ ਵਿੱਚ ਉਹ ਚੀਜ਼ ਕਹਿ ਲਓ ਕਿ ਪਹਿਲਾਂ ਹੀ ਉਹਦੇ ਦਿਮਾਗ 'ਚ ਬਿਠਾਈ ਹੁੰਦੀ ਆ, ਉਹ ਉਸ ਤਰੀਕੇ ਨਾਲ ਚੱਲਦੀ ਹੈ ਕਿ ਸੋਲ ਜਿਹਾ ਰਹਿਣਾ ਜਾਂ ਸੋਲ ਜਿਹੇ ਕੰਮਾਂ ਨੂੰ ਹੱਥ ਪਾਉਣਾ। ਹਾਲਾਂਕਿ ਹੁਣ ਟੁੱਟ ਚੁੱਕਾ ਹੈ, ਬਹੁਤ ਹੱਦਾਂ ਟੁੱਟ ਚੁੱਕੀਆਂ ਨੇ ਸਾਰੀਆਂ, ਪਰ ਇਹ ਲੱਗਾ ਸੀਗਾ ਕਿ ਜਦੋਂ ਵੈਟਰਨਰੀ ਪ੍ਰੋਫੈਸ਼ਨ ਦੇ ਵਿੱਚ ਆਉਣਾ ਸੀਗਾ, ਘਰਦਿਆਂ ਵੱਲੋਂ, ਸਮਾਜ ਦੇ ਵੱਲੋਂ ਕੁਝ ਇੱਦਾਂ ਦੀਆਂ ਗੱਲਾਂ ਹੋਈਆਂ ਕਿ ਨਹੀਂ, ਇਸ ਪਾਸੇ ਜਾਣ ਦੀ ਬਜਾਏ ਜੇ ਇਸ ਪਾਸੇ ਜਾਓ ਤਾਂ ਜ਼ਿਆਦਾ ਬਿਹਤਰ ਹੈ, ਇੱਥੇ ਚੁਣੌਤੀਆਂ ਜ਼ਿਆਦਾ ਹੈ ਇਸ ਕੰਮ ਦੇ ਵਿੱਚ। ਹਾਂਜੀ ਬਿਲਕੁਲ ਇੱਦਾਂ ਹੋਇਆ ਸੀਗਾ। ਪਹਿਲਾਂ ਤਾਂ ਇਹ ਜਿਹੜੀਆਂ ਗੱਲਾਂ ਨੇ ਕਿ ਕੁੜੀਆਂ ਅਤੇ ਮੁੰਡਿਆਂ ਦੀ ਜਿਹੜੀ ਡਿਫਰੈਂਸੀਏਸ਼ਨ ਹੈਗੀ ਹੈ ਇਹ ਬਹੁਤ ਛੋਟੀ ਏਜ ਤੋਂ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕੁੜੀਆਂ ਨੂੰ ਪਿੰਕ ਕਲਰ ਦੇ ਕੱਪੜੇ ਲੈ ਕੇ ਦੇਣੇ ਆ, ਮੁੰਡਿਆਂ ਨੂੰ ਬਲੂ ਕਲਰ ਦੇ ਕੱਪੜੇ ਪਵਾਉਣੇ ਆ, ਕੁੜੀਆਂ ਨੂੰ ਡੋਲਸ ਲੈ ਕੇ ਦੇਣੀਆਂ ਨੇ, ਕੁੜੀਆਂ ਨੂੰ ਕੁਕਿੰਗ ਸੈੱਟ ਲੈ ਕੇ ਦੇਣਾ ਹੈ, ਟੋਇਜ਼ ਵੀ ਉੱਦਾਂ ਦੇ। ਮੁੰਡਿਆਂ ਲਈ ਜ਼ਿਆਦਾ ਮੈਸਕੂਲਿਨ ਟੋਇਜ਼, ਕਾਰਸ ਹੋ ਗਈਆਂ, ਪਲੇਨਸ ਹੋ ਗਈਆਂ, ਅਤੇ ਇਹਨਾਂ ਚੀਜ਼ਾਂ ਨਾਲ ਮੁੰਡਿਆਂ ਨੇ ਖੇਡਣਾ ਹੈ। ਜੇ ਤੁਸੀਂ ਕਿਸੇ ਦੀ ਬਰਥਡੇ ਪਾਰਟੀ ਦੇ ਬੱਚੇ ਨੇ ਕਿਸੇ ਨੇ ਬਰਥਡੇ ਪਾਰਟੀ 'ਤੇ ਬੁਲਾਇਆ ਵੀ ਹੈ ਤਾਂ ਤੁਸੀਂ ਦੇਖਦੇ ਹੋ ਤੁਸੀਂ ਵੀ ਪਹਿਲਾਂ ਸੋਚਦੇ ਹੋ ਕਿ ਅੱਛਾ ਕੁੜੀ ਆ ਤਾਂ ਇਹਦੇ ਲਈ ਇਹ ਲੈ ਕੇ ਜਾਈਏ, ਮੁੰਡੇ ਆ ਤਾਂ ਇਹਦੇ ਲਈ ਇਹ ਲੈ ਕੇ ਜਾਈਏ। ਸੋ ਡਿਫਰੈਂਸੀਏਸ਼ਨ ਕਿਤੇ ਨਾ ਕਿਤੇ ਸੁਸਾਇਟੀ ਨੇ ਹੀ ਪੈਦਾ ਕੀਤੀ ਹੈ। ਅਤੇ ਜਦੋਂ ਮੇਰੇ ਲਈ ਵੈਟਨਰੀ ਚੁਣਨ ਦਾ ਮੌਕਾ ਆਇਆ ਤਾਂ ਡੈਫੀਨੇਟਲੀ ਸਭ ਤੋਂ ਪਹਿਲਾਂ ਤਾਂ ਘਰ ਦੇ ਐਸਪੀਰੇਸ਼ਨਸ, ਘਰ ਵਾਲਿਆਂ ਦੇ ਇਹੀ ਸੀ ਕਿ ਲੜਕੀ ਸਾਡੀ MBBS ਡਾਕਟਰ ਬਣੇ। ਇੱਕ MBBS ਦੇ ਨਾਲ ਇੱਕ ਡਿਫਰੈਂਟ ਤਰ੍ਹਾਂ ਦਾ ਉਹ ਜੁੜਿਆ ਹੋਇਆ, ਸਟੈਂਡਰਡ, ਹਾਂ, ਰੁਤਬਾ ਜੁੜਿਆ ਹੋਇਆ। ਫਿਰ BDS ਹੋ ਗਏ। ਚਲੋ BDS ਵੀ ਕੁੜੀਆਂ ਨੇ AC ਰੂਮਸ ਹੁੰਦੇ, ਉੱਥੇ ਤੁਸੀਂ ਟਰੀਟਮੈਂਟ ਕਰਨਾ। ਉਸ ਤੋਂ ਬਾਅਦ ਇਹਦੇ ਤੋਂ ਇਲਾਵਾ ਫਿਜ਼ੀਓਥੈਰੇਪੀ ਦੀ ਆਪਸ਼ਨ ਸੀ। ਫਿਰ ਉਹਦੇ ਵਿੱਚ ਫਿਰ ਦੋ ਰਾਵਾਂ ਸੀਗਾ ਕਿ ਨਹੀਂ, ਫਿਜ਼ੀਓਥੈਰੇਪੀ ਵਿੱਚ ਵੀ ਕੁੜੀਆਂ ਘੱਟ ਜਾ ਰਹੀਆਂ ਸੀ ਉਸ ਵੇਲੇ, ਕਿ ਜਾਂ ਵੈਟਨਰੀ ਕਰਾਈ ਜਾਵੇ। ਪਰ ਦੈਨ ਜਦੋਂ ਵੈਟਨਰੀ ਦੀ ਗੱਲ ਆਈ ਤਾਂ ਪੇਰੈਂਟਸ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ, ਸਮਾਲ ਐਨੀਮਲ ਜਿਹੜੇ ਡੌਗਸ ਹੈ, ਕੈਟਸ ਆ, ਉਹਨਾਂ ਦਾ ਟਰੀਟਮੈਂਟ ਕਰ ਲੂਗੀ, ਹੈ ਨਾ। ਉਦੋਂ ਤਾਂ ਉਹਨਾਂ ਨੇ ਇਹ ਸੋਚਿਆ ਨਹੀਂ ਸੀ ਕਿ ਸਾਡੀ ਜਿਹੜੀ ਕੁੜੀ ਆ ਉਹ ਲਾਰਜ ਐਨੀਮਲਸ ਦਾ ਟਰੀਟਮੈਂਟ ਕਰੂਗੀ। ਗਾਵਾਂ ਨਾਲ ਵੀ ਵਾਹ ਪਏਗਾ। ਹਾਂ ਬਿਲਕੁਲ ਨਹੀਂ ਸੀ ਸੋਚਿਆ ਸੀ। ਇਹ ਗੱਲਾਂ ਹੋਈਆਂ ਵੀ ਨਹੀਂ ਸੀ ਜਦੋਂ ਕਿ ਮੈਂ ਵੈਟਨਰੀ ਦਾ ਟੈਸਟ ਦਿੱਤਾ ਸੀ। ਤੇ ਜਦੋਂ ਇਹ ਪਲੈਨਿੰਗ ਘਰਦਿਆਂ ਦੀ ਚੱਲ ਰਹੀ ਸੀ ਕਿ ਕਾਲ ਆਈ ਸੀ ਯੂਨੀਵਰਸਿਟੀ ਵੱਲੋਂ ਕਿ ਇਹਦਾ ਨੰਬਰ ਆ ਗਿਆ ਅਤੇ ਤੁਸੀਂ ਐਡਮਿਸ਼ਨ ਲਈ ਆ ਜਾਓ, ਉਹਦੇ ਵੀ ਇਹ ਸੀ ਕਿ ਠੀਕ ਹੈ ਸਮਾਲ ਐਨੀਮਲਸ ਦਾ ਟਰੀਟਮੈਂਟ ਕਰ ਲਏਗੀ ਜਾਂ ਫਿਰ ਬਾਹਰ ਸੈਟਲ ਹੋ ਜਾਏਗੀ। ਬਾਹਰ ਬੜੀ ਇਸ ਪ੍ਰੋਫੈਸ਼ਨ ਦੀ ਉਦੋਂ ਵੀ ਤਾਂ ਹੁਣ ਵੀ ਬਹੁਤ ਜ਼ਿਆਦਾ ਪੁੱਛ ਪ੍ਰਤੀਤ ਹੈ। ਬਾਹਰ ਜਿਹੜੇ ਵੈਟਨਰੀ ਡਾਕਟਰਸ ਹੈ ਉਹਨਾਂ ਲਈ ਇਹ ਹਾਈਲੀ ਪੇਇੰਗ ਜੋਬ ਹੈ। ਤਾਂ ਇਸ ਲਈ ਡੈਫੀਨੇਟਲੀ ਕਿਤੇ ਨਾ ਕਿਤੇ ਘਰਦਿਆਂ ਨੇ ਇਹ ਨਹੀਂ ਸੋਚਿਆ ਸੀਗਾ ਕਿ ਇਹ ਲਾਰਜ ਐਨੀਮਲਸ ਦਾ ਟਰੀਟਮੈਂਟ ਕਰੇਗੀ ਜਾਂ ਪਿੰਡਾਂ ਦੇ ਵਿੱਚ ਜੋਬ ਕਰੇਗੀ। ਜਦੋਂ ਵੈਟਨਰੀ ਦੀ ਡਿਗਰੀ ਦੇ ਵਿੱਚ ਐਡਮਿਸ਼ਨ ਹੋਣੀ ਸੀ ਉਦੋਂ ਤੱਕ ਅੱਛਾ, ਉਦੋਂ ਤੱਕ ਇਹ ਸੀਗਾ।
ਫਿਰ ਕਿਹੜੀਆਂ ਚੀਜ਼ਾਂ ਹੋ ਗਿਆ, ਐਡਮਿਸ਼ਨ ਹੋ ਗਈ, ਪੜ੍ਹਾਈ ਕਰ ਲਈ, ਸਰਕਾਰੀ ਨੌਕਰੀ ਵੀ ਮਿਲ ਗਈ, ਤੇ ਕੀ ਲੱਗਾ ਤੁਹਾਨੂੰ ਕਿ ਜਿਹੜੇ ਲਾਰਜ ਐਨੀਮਲਸ ਕਹਿੰਦੇ ਆ, ਮੱਝਾਂ ਗਾਵਾਂ ਦੀ ਗੱਲ ਕਰ ਲਈ ਆਪਾਂ, ਉਹਨਾਂ ਦੇ ਨਾਲ ਖੋਜਲਣਾ ਇਸ ਪ੍ਰੋਫੈਸ਼ਨ ਦੇ ਵਿੱਚ ਜ਼ਿਆਦਾ ਔਖਾ ਲੱਗ ਗਿਆ, ਜਾਂ ਜਿਹੜੀ ਸਾਡੀ ਸੋਚ ਹੈ ਸਮਾਜ ਦੀ ਕਿ ਕੁੜੀਆਂ ਨੂੰ ਆਹ ਕਰਨਾ ਚਾਹੀਦਾ ਜਾਂ ਕੁੜੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ, ਉਸ ਸੋਚ ਦੇ ਨਾਲ ਖੋਜਲਣਾ ਜ਼ਿਆਦਾ ਔਖਾ ਲੱਗਾ? ਆਈ ਥਿੰਕ ਇਸ ਸੋਚ ਦੇ ਨਾਲ ਜਿਹੜਾ ਕੰਟਰਡਿਕਸ਼ਨ ਹੁੰਦੀ ਸੀ ਉਹ ਜ਼ਿਆਦਾ ਔਖੀ ਹੁੰਦੀ ਸੀ, ਤੇ ਅਦਰਵਾਈਜ਼ ਇਨ ਫੀਲਡ ਮੱਝਾਂ ਗਾਵਾਂ ਦਾ ਟ੍ਰੀਟਮੈਂਟ ਕਰਨਾ, ਹਾਲੇ ਵੀ ਮੈਨੂੰ ਲੋਕ ਕਹਿਣਗੇ ਤੂੰ ਤਾਂ ਪਤਲੀ ਜੀ ਹੈਗੀ ਹੈ, ਤੂੰ ਇੰਨੀ ਸੋਲ ਜੀ ਹੈ, ਤੂੰ ਕਿੱਦਾਂ, ਅਸੀਂ ਯਕੀਨ ਨਹੀਂ ਕਰ ਸਕਦੇ ਕਿ ਤੂੰ ਐਨੀਮਲਸ ਦੀ ਫੀਡ ਹੀ ਕਰ ਸਕਦੀ ਹੈ ਜਾਂ ਤੂੰ ਐਨੀਮਲਸ ਦਾ ਟ੍ਰੀਟਮੈਂਟ ਕਰ ਸਕਦੀ ਆ। ਸੋ ਇਹ ਜਿਹੜੀ ਥਿੰਕਿੰਗ ਹੈ ਲੋਕਾਂ ਦੀ ਜਾਂ ਸਮਾਜ ਦੀ ਥਿੰਕਿੰਗ ਹੈ। ਪਰ ਅਦਰਵਾਈਜ਼ ਜਦੋਂ ਮੈਂ ਮੱਝਾਂ ਗਾਵਾਂ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਲੱਗੀ ਕਿ ਡੈਫੀਨੇਟਲੀ ਉਹਨਾਂ ਨੂੰ ਬੰਨਣ ਦੇ ਵਿੱਚ ਉਹਦੇ 'ਚ ਤੁਹਾਨੂੰ ਅਸਿਸਟੈਂਸ ਦੀ ਲੋੜ ਪੈਂਦੀ ਹੈ ਓਨਰਸ ਦੀ ਜਾਂ ਤੁਹਾਡੇ ਸਟਾਫ ਦੀ, ਪਰ ਅਦਰਵਾਈਜ਼ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਪਾਰਟ ਹੈ ਉਹ ਕਰਨ ਦੇ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਲੱਗੀ। ਸੋ ਮੈਂ ਲਾਰਜ ਐਨੀਮਲਸ ਦੀ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਕਰ ਲੈਂਦੀ ਹਾਂ, ਉਹਨਾਂ ਦੀ ਪ੍ਰੈਗਨੈਂਸੀ ਡਾਇਗਨੋਸ ਕਰ ਲੈਂਦੀ ਹਾਂ, ਚੈੱਕ ਕਰ ਲੈਂਦੀ ਹਾਂ ਕਿ ਉਹ ਗਰਭ ਧਾਰਨ ਉਹਨਾਂ ਨੇ ਕੀਤਾ ਹੋਇਆ ਕਿ ਨਹੀਂ ਕੀਤਾ। ਮੈਂ ਉਹਨਾਂ ਨੂੰ ਸਵਾ ਲੈਂਦੀ ਹਾਂ, ਤੇ ਉਹਦੇ ਵਿੱਚ ਵੀ ਡੈਫੀਨੇਟਲੀ ਥੋੜ੍ਹੀ ਬਹੁਤੀ ਅਸਿਸਟੈਂਸ ਦੀ ਲੋੜ ਪੈਂਦੀ ਹੈ। ਬਟ ਇਨਫੈਕਟ ਮੈਨੂੰ ਜੇ ਤੁਸੀਂ ਪਰਸਨਲ ਤੌਰ ਤੇ ਪੁੱਛੋ ਤਾਂ ਮੈਨੂੰ ਲਾਰਜ ਐਨੀਮਲਸ ਦਾ ਟ੍ਰੀਟਮੈਂਟ ਕਰਨਾ ਜ਼ਿਆਦਾ ਵਧੀਆ ਲੱਗਦਾ ਐਜ਼ ਕੰਪੇਅਰ ਟੂ ਸਮਾਲ ਐਨੀਮਲਸ ਦਾ ਟ੍ਰੀਟਮੈਂਟ ਕਰਨਾ, ਕਿਉਂਕਿ ਬਹੁਤ ਜਿਨ੍ਹਾਂ ਪਿੰਡਾਂ ਦੇ ਵਿੱਚ ਮੇਰੀ ਪੋਸਟਿੰਗ ਰਹੀ ਹੈ ਉਹਨਾਂ ਦੇ ਵਿੱਚ ਜ਼ਿਆਦਾਤਰ, ਇਨਫੈਕਟ ਮੋਸਟਲੀ ਪਿੰਡਾਂ ਦੇ ਵਿੱਚ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੁੰਦੀ ਹੈ ਉਹ ਕੈਟਲ ਦੀ ਹੁੰਦੀ ਹੈ, ਮੱਝਾਂ ਗਾਵਾਂ ਦੀ ਹੁੰਦੀ ਹੈ। ਤੇ ਸਿਰਫ ਜਿਹੜੇ ਪਿੰਡ ਸ਼ਹਿਰਾਂ ਦੇ ਕੋਲ ਹੈ, ਜਿਹੜੇ ਸ਼ਹਿਰੀ ਪਿੰਡ ਨੇ, ਉੱਥੇ ਜ਼ਿਆਦਾਤਰ ਤੁਹਾਡੇ ਕੋਲ ਜਿਵੇਂ ਇਹ ਪਿੰਡ ਹੈ, ਇੱਥੇ ਜ਼ਿਆਦਾਤਰ ਤੁਹਾਡੇ ਕੋਲ ਲੋਕ ਡੌਗਸ ਟ੍ਰੀਟਮੈਂਟ ਲਈ ਲੈ ਕੇ ਜਾਂਦੇ ਆ, ਨਹੀਂ ਤਾਂ 80-90% ਹਸਪਤਾਲਾਂ ਦੇ ਵਿੱਚ ਲਾਰਜ ਐਨੀਮਲਸ ਹੀ ਆਉਂਦੇ ਆ। ਸੋ ਮੈਨੂੰ ਉਹਨਾਂ ਦਾ ਟ੍ਰੀਟਮੈਂਟ ਕਰਨਾ ਪਰਸਨਲੀ ਜ਼ਿਆਦਾ ਸੈਟਿਸਫਾਈਂਗ ਲੱਗਦਾ, ਤੇ ਮੈਨੂੰ ਆਪਣੇ ਮਨ ਦੇ ਵਿੱਚ ਕਦੇ ਕੋਈ ਬੈਰੀਅਰ ਨਹੀਂ ਲੱਗਾ। ਮੈਨੂੰ ਇੱਦਾਂ ਕਦੇ ਨਹੀਂ ਲੱਗਾ ਕਿ ਇਹ ਲਾਰਜ ਐਨੀਮਲ ਦਾ ਟ੍ਰੀਟਮੈਂਟ ਮੈਂ ਨਾ ਕਰਾਂ ਜਾਂ ਇਹ ਕਿਸੇ ਹੋਰ ਡਾਕਟਰ ਤੋਂ ਕਰਾਵਾਂ ਜਾਂ ਆਪਣੇ ਸਟਾਫ ਤੋਂ ਕਰਾਵਾਂ। ਸੋ ਮੇਰੇ ਮਨ 'ਚ ਇੱਦਾਂ ਦੀ ਕਦੇ ਕੋਈ ਝਿਜਕ ਨਹੀਂ ਸੀ, ਕਿਉਂਕਿ ਤੁਸੀਂ ਡਾਕਟਰ ਆ, ਤੁਹਾਡੇ ਲਈ ਜਿਹੜਾ ਵੀ ਪਸ਼ੂ ਲੈ ਕੇ ਆਉਂਦਾ, ਕੋਈ ਜਾਨਵਰ ਲੈ ਕੇ ਆਉਂਦਾ, ਇੱਕ ਪੇਸ਼ੈਂਟ ਦੇ ਵਾਂਗ ਹੈ ਤੁਹਾਡੇ ਲਈ, ਤਾਂ ਤੁਹਾਡਾ ਫਰਜ਼ ਬਣਦਾ, ਤੁਹਾਡੀ ਡਿਊਟੀ ਹੈ ਕਿ ਤੁਸੀਂ ਉਹਦਾ ਟ੍ਰੀਟਮੈਂਟ ਕਰਨਾ ਹੈ। ਇੱਕ ਮੋਟੀ ਜਿਹੀ ਗੱਲ ਤੁਸੀਂ ਜਿਵੇਂ ਜ਼ਿਕਰ ਕਰਦਿਆਂ ਛੇੜਿਆ ਕਿ ਪਸ਼ੂਆਂ ਨੂੰ ਸਵਾ ਵੀ ਲੈਂਦੇ ਹੋ, ਉਹਨਾਂ ਦੇ ਗਰਭ ਧਾਰਨ ਵੀ ਕਰਵਾ ਲੈਂਦੇ ਹੋ। ਸਾਡੀ ਨਾ ਸੁਸਾਇਟੀ ਕੁਝ ਇਹੋ ਜਿਹੀ ਆ, ਕਈ ਵਾਰੀ ਨਾ ਬਹੁਤ ਸਾਰੇ ਸ਼ਬਦਾਂ ਦਾ ਇਸਤੇਮਾਲ ਕਰਨ ਲੱਗਿਆ ਨਾ ਗੁਰੇਜ਼ ਕੀਤਾ ਜਾਂਦਾ ਆ ਔਰਤਾਂ ਦੇ ਸਾਹਮਣੇ, ਜਾਂ ਜੇ ਲੇਡੀ ਡਾਕਟਰ ਹੈ ਨਾ ਉਹਦੇ ਕੋਲੋਂ ਕੋਈ ਬੰਦਾ ਪਸ਼ੂ ਲੈ ਕੇ ਆਉਂਦਾ, ਗਾਂ ਮੱਝ ਲੈ ਕੇ ਆਉਂਦਾ, ਤੇ ਉਹਨਾਂ ਸ਼ਬਦਾਂ ਦਾ ਇਸਤੇਮਾਲ ਕਰਨ ਲੱਗੇ ਝਿਜਕਦਾ ਆ, ਜੱਕਦਾ ਆ। ਤੇ ਉਦੋਂ ਕਿੱਦਾਂ ਦੀਆਂ ਸਥਿਤੀਆਂ ਬਣਦੀਆਂ ਤੁਹਾਡੇ ਲਈ, ਜਾਂ ਤੁਸੀਂ ਸਿਰਫ ਇੰਡੀਕੇਸ਼ਨ ਤੋਂ ਸਮਝ ਜਾਂਦੇ ਹੋ, ਜਾਂ ਉਹਨੂੰ ਜਿਹੜਾ ਲੈ ਕੇ ਆਉਂਦਾ ਪਸ਼ੂ ਉਹਨੂੰ ਕਹਿੰਦੇ ਹੋ ਕਿ ਕੋਈ ਗੱਲ ਨਹੀਂ, ਮੈਂ ਇੱਕ ਡਾਕਟਰ ਹਾਂ, ਡਾਕਟਰ ਦੇ ਤਰੀਕੇ ਨਾਲ ਜੋ ਤੁਸੀਂ ਦੂਜੇ ਡਾਕਟਰ ਨੂੰ ਦੱਸਣਾ ਸੀ ਉਹੀ ਤੁਸੀਂ ਮੈਨੂੰ ਦੱਸ ਸਕਦੇ ਹੋ, ਕੋਈ ਇੱਦਾਂ ਦੀ ਦਿੱਕਤ, ਇੱਦਾਂ ਦਾ ਕਿੱਦਾਂ ਦੀ ਸਿਚੁਏਸ਼ਨ ਬਣਦੀ ਉਦੋਂ, ਕਿੱਦਾਂ ਹੈਂਡਲ ਕਰਦੇ ਹੋ ਉਹਨੂੰ? ਦੇਖੋ, ਪਹਿਲਾਂ ਤਾਂ ਜਿਹੜੀ ਪਿੰਡਾਂ ਵਿੱਚ ਵਰਤੀ ਜਾਂਦੀ ਹੈ ਟਰਮਨੋਲੋਜੀ ਨਾ, ਇਹ ਮੈਨੂੰ ਵੀ ਨਹੀਂ ਪਤਾ ਸੀਗਾ, ਬਿਕੋਜ਼ ਇਹ ਚੀਜ਼ਾਂ ਮੈਨੂੰ ਵੀ ਸਿੱਖਣੀਆਂ ਪਈਆਂ। ਮੈਂ ਵੀ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਹੀ ਕਹਿੰਦੀ ਸੀ ਜਾਂ ਪ੍ਰੈਗਨੈਂਸੀ ਡਾਇਗਨੋਸਿਸ ਹੀ ਕਹਿੰਦੀ ਸੀ, ਇਹੀ ਟਰਮਸ ਯੂਜ਼ ਕਰਦੀ ਸੀ। ਤੇ ਹੌਲੀ ਹੌਲੀ ਮੈਂ ਰਿਅਲਾਈਜ਼ ਕੀਤਾ ਕਿ ਇਹ ਸਮਹਾਓ ਇਹ ਬੈਰੀਅਰ ਬਣ ਰਹੀਆਂ ਟਰਮਸ, ਕਿ ਮੈਂ ਲੋਕਾਂ ਨੂੰ ਆਪਣੀ ਗੱਲ ਸਮਝਾ ਨਹੀਂ ਪਾਉਂਦੀ ਕਿ, ਤੇ ਇਹ ਜਿਹੜੀਆਂ ਟਰਮੀਨੋਲੋਜੀਜ਼ ਨੇ, ਜੇਰ ਕੱਢਣੀ, ਮੈਂ ਉਹਨਾਂ ਨੂੰ ਕਹਿਣਾ ਕਿ ਰਿਟੈਂਸ਼ਨ ਆਫ ਪਲੈਸੈਂਟਾ, ਉਹਨਾਂ ਨੇ ਕਹਿਣਾ ਨਹੀਂ ਜੀ ਜੇਰ ਕੱਢਣੀ ਹੈ। ਸੋ ਇਹ ਚੀਜ਼ਾਂ ਪਹਿਲਾਂ ਮੈਨੂੰ ਸਿੱਖਣੀਆਂ ਪਈਆਂ, ਤੇ ਜਦੋਂ ਇੱਕ ਵਾਰ ਸਿੱਖ ਲਈਆਂ ਫਿਰ ਡੈਫੀਨੇਟਲੀ ਕੁਝ ਲੋਕ ਝਿਜਕਦੇ ਸੀ, ਪਰ ਇਹ ਫਿਰ ਤੁਸੀਂ ਆਪ ਹੀ ਸਮਝ ਜਾਂਦੇ ਹੋ। ਜੇ ਉਹਨਾਂ ਨੇ ਕਿਹਾ ਕਿ ਸਾਡੀ ਮੱਝ ਬੋਲੀ ਹੋਈ ਹੈ, ਕਈ ਵਾਰ ਕਨਫਿਊਜ਼ਨ ਹੋ ਜਾਣੀ, ਤੇ ਹੌਲੀ ਹੌਲੀ ਜਿਹੜੀ ਲੋਕਾਂ ਦੀ ਇਹ ਝਿਜਕ ਹੈ ਉਹ ਦੂਰ ਹੋਣੀ ਸ਼ੁਰੂ ਹੋ ਗਈ। ਪਰ ਡੈਫੀਨੇਟਲੀ ਜਿਸ ਏਰੀਆ 'ਚ ਮੈਂ ਪਹਿਲਾਂ ਜੌਬ ਕਰਦੀ ਸੀ ਉਹ ਬੇਟ ਦਾ ਏਰੀਆ ਸੀ, ਉੱਥੇ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਝਿਜਕ ਸੀ। ਉੱਥੇ ਲੋਕਾਂ ਨੇ ਮੈਨੂੰ ਨਰਸ ਕਹਿਣਾ, ਜਾਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੁੜੀਆਂ ਇਸ ਪ੍ਰੋਫੈਸ਼ਨ 'ਚ ਆ ਜਾਂਦੀਆਂ ਨੇ, ਉੱਥੇ ਇਹ ਝਿਜਕ ਜ਼ਿਆਦਾ ਸੀ। ਜਿਹੜੇ ਪਿੰਡ ਜਿਵੇਂ ਇਹ ਸ਼ਹਿਰ ਦੇ ਨੇੜੇ ਆ ਪਿੰਡ, ਜਿੱਥੇ ਜ਼ਿਆਦਾਤਰ ਜਿਹੜੀ ਤੁਸੀਂ ਕਹਿ ਲਓ ਫਾਰਮਰਸ ਐਜੂਕੇਟਡ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਕੁੜੀਆਂ ਵੀ ਇਸ ਪ੍ਰੋਫੈਸ਼ਨ 'ਚ ਨੇ, ਉੱਥੇ ਥੋੜ੍ਹੀ ਝਿਜਕ ਘੱਟ ਹੈ, ਉੱਥੇ ਥੋੜ੍ਹੀ ਬੇਬਾਕੀ ਹੈ, ਅਤੇ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਹਾਲੇ ਵੀ ਪੰਜਾਬ ਦੇ ਬਹੁਤ ਸਾਰੇ ਇੱਦਾਂ ਦੇ ਪਿੰਡ ਹੈ ਜਿੱਥੇ ਮੈਨੂੰ ਲੱਗਦਾ ਹੈ ਕਿ ਲੋਕ ਲੇਡੀ ਵੈਟਨਰੀ ਆਫਿਸਰਸ ਨਾਲ ਫਰੀਲੀ ਕਮਿਊਨੀਕੇਟ ਨਹੀਂ ਕਰ ਪਾਉਂਦੇ। ਉੱਥੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕਵਰ ਅਪ ਕਰਨਾ ਪੈਂਦਾ, ਜਾਂ ਆਪਣੇ ਸਟਾਫ ਦੀ ਹੈਲਪ ਲੈਣੀ ਪੈਂਦੀ ਆ, ਜਾਂ ਸਮਹਾਓ ਹਾਲੇ ਵੀ ਮੈਨੂੰ ਲੱਗਦਾ ਕਿ ਤੁਸੀਂ ਲੋਕਾਂ ਨੂੰ ਡਾਇਰੈਕਟਲੀ ਨਹੀਂ ਕਹਿ ਸਕਦੇ ਕਿ ਇੱਦਾਂ ਝਿਜਕਣ ਦੀ ਲੋੜ ਨਹੀਂ ਹੈਗੀ। ਇਹ ਚੀਜ਼ ਇਹ ਬੈਰੀਅਰ ਖੁਦ ਆਪਣੇ ਆਪ ਸਮਹਾਓ ਸਿਮਟਣੇ ਸ਼ੁਰੂ ਹੋ ਜਾਂਦੇ ਆ, ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਆਈ ਥਿੰਕ ਓਵਰ ਦਾ ਈਅਰਸ ਹੋਰ ਸਿਚੁਏਸ਼ਨ ਇੰਪਰੂਵ ਹੋ ਜਾਏਗੀ। ਲਗਾਤਾਰ ਜਦੋਂ ਵਾਹ ਪਏਗਾ ਤੇ ਫਿਰ ਉਹ ਆਤਮਸਾਤ ਕਰ ਲਈਆਂ ਜਾਣਗੀਆਂ ਆਪਣੇ ਆਪ ਚੀਜ਼ਾਂ, ਕਿ ਇਹ ਨੈਚੁਰਲ ਜੀ ਚੀਜ਼ ਆ, ਕੁਦਰਤੀ ਹੈ, ਇਹ ਸਾਰਾ ਕੁਝ ਹੋਣਾ ਹੀ ਆ, ਤੇ ਗੱਲਾਂ ਕੀਤੀਆਂ ਜਾ ਸਕਦੀਆਂ। ਆਮ ਤੌਰ ਤੇ ਬੱਚਾ ਜਦੋਂ ਪੜ੍ਹ ਜਾਂਦਾ ਹੈ ਨਾ,
ਤੇ ਚੰਗਾ ਪੜ੍ਹ ਲਿਖ ਜਾਂਦਾ, ਉਹ ਜਦੋਂ ਅੰਗਰੇਜ਼ੀ ਬੋਲਦਾ, ਔਖੇ ਔਖੇ ਸ਼ਬਦ ਬੋਲਦਾ, ਤੇ ਮਾਂ-ਬਾਪ ਨੂੰ ਬੜੀ ਖੁਸ਼ੀ ਹੁੰਦੀ ਕਿ ਹਾਂ ਇਹ ਤੋਂ ਲੱਗਦਾ ਕਿ ਸਾਡਾ ਬੱਚਾ ਚੰਗਾ ਪੜ੍ਹਿਆ ਲਿਖਿਆ ਡਾਕਟਰ ਹੈਗਾ ਆ, ਡਾਕਟਰੀ ਭਾਸ਼ਾ ਬੋਲਦਾ। ਹੁਣ ਜਦੋਂ ਕਿਤੇ ਘਰ ਦੇ ਵਿੱਚ ਦੇਸੀ ਸ਼ਬਦਾਂ ਦਾ ਇਸਤੇਮਾਲ ਕਰ ਦਿਓ, ਜਿਹੜੇ ਪਿੰਡਾਂ ਦੇ ਲੋਕ ਇਸਤੇਮਾਲ ਕਰਦੇ ਆ ਕਿ ਗਾਂ ਮੱਝ ਬੋਲ ਪਈ ਆ, ਗੱਭਣ ਹੋ ਗਈ ਆ, ਸਵਾਉਣਾ ਆ, ਜੇਰ ਪਵਾਉਣੀ ਆ, ਤੇ ਉਹ ਕਹਿੰਦੇ ਨਹੀਂ, ਗੱਲ ਹੁੰਦੀ ਨਹੀਂ ਕਿ ਅਸੀਂ ਤੈਨੂੰ ਡਾਕਟਰੀ ਦੇ ਵਿੱਚ ਕੁਝ ਹੋਰ ਪੜ੍ਹਨ ਦੀ ਗੱਲ ਕੀਤੀ ਸੀ, ਤਾਂ ਆਹ ਤੂੰ ਕੁਝ ਹੋਰ ਸਿੱਖ ਕੇ ਆ ਗਈਆਂ ਉਲਟਾ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਬਿਕੋਜ਼ ਮੈਂ ਇੱਕ ਪਿੰਡ ਦੇ ਵਿੱਚ ਜੌਬ ਕਰਦੀ ਹਾਂ। ਮੇਰਾ ਤਾਂ ਪਿਛੋਕੜ ਹੀ ਪਿੰਡਾਂ ਦਾ ਸੀ ਸ਼ੁਰੂ ਤੋਂ ਹੀ। ਸਾਡਾ ਜਿਹੜਾ ਪਿੰਡ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ। ਸੋ ਇੱਦਾਂ ਦਾ, ਅਤੇ ਬੀਇੰਗ ਇਹ ਸਾਰੀਆਂ ਪ੍ਰੋਫੈਸ਼ਨਲ ਟਰਮਸ ਆ, ਮੈਨੂੰ ਕਦੇ ਕੋਈ ਇੱਦਾਂ ਦੀ ਝਿਜਕ ਨਹੀਂ ਹੁੰਦੀ। ਅਤੇ ਪੰਜਾਬੀ ਦੀਆਂ ਬਹੁਤ ਸਾਰੀਆਂ ਬੁੱਕਸ ਪੜ੍ਹਦੀ ਹਾਂ, ਘਰ ਦੇ ਵਿੱਚ ਹੀ ਪੰਜਾਬੀ 'ਚ ਗੱਲ ਕਰਦੀ ਹਾਂ, ਲਿਖਦੀ ਜ਼ਰੂਰ ਇੰਗਲਿਸ਼ 'ਚ ਹੈ, ਪਰ ਸਮਹਾਓ ਕਿਤੇ ਨਾ ਕਿਤੇ ਸੋਚਣੀ ਵੀ ਪੰਜਾਬੀ 'ਚ, ਉਹਨੂੰ ਟਰਾਂਸਲੇਟ ਕਰ ਲੈਣੀ ਹੈ ਇੰਗਲਿਸ਼ ਦੇ ਵਿੱਚ। ਸੋ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਆ, ਬਿਕੋਜ਼ ਜੇ ਤੁਸੀਂ ਇੱਕ ਪਿੰਡ ਦੇ ਵਿੱਚ ਜੌਬ ਕਰਨੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਸ ਭਾਸ਼ਾ ਦੇ ਵਿੱਚ, ਉੱਥੋਂ ਦੇ ਕਲਚਰ ਦੇ ਵਿੱਚ, ਉੱਥੋਂ ਦੇ ਲੋਕਾਂ ਦੇ ਵਿੱਚ ਨਾਲ ਤੁਹਾਨੂੰ ਢਲਣਾ ਪੈਂਦਾ ਹੈ। ਅਤੇ ਜਦੋਂ ਤੁਸੀਂ ਪਿੰਡਾਂ 'ਚ ਜੌਬ ਕਰਨੀ ਹੈ ਤਾਂ ਫਿਰ ਪੰਜਾਬੀ ਬੋਲਣ ਤੋਂ ਜਾਂ ਪੰਜਾਬੀ ਦੇ ਵਰਡਸ ਯੂਜ਼ ਕਰਨ ਤੋਂ ਕਾਹਦੀ ਝਿਜਕ। ਨਾਲੇ ਮੈਨੂੰ ਕਦੇ ਹੁਣ ਮਾਂ-ਬਾਪ ਨੂੰ ਹੁੰਦਾ ਨਾ ਕਿ ਅਸੀਂ ਚੰਗੇ ਡਾਕਟਰੀ ਕਰਵਾਈ ਸੀ, ਤੇ ਉਹ ਔਖੀ ਔਖੀ ਟਰਮਨੋਲੋਜੀ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਸਿੱਧੇ ਤੌਰ 'ਤੇ ਸ਼ਬਦਾਂ ਦੀ ਜਿਹੜੀ ਉਹ ਵਰਤਦਾ, ਤੇ ਸ਼ਾਇਦ ਲੱਗਣਾ ਸੀਗਾ ਕਿ ਹਾਂ ਸਾਡਾ ਬੱਚਾ ਜਿਹੜਾ ਉਹ ਕਾਬਲ ਹੈ, ਤੇ ਉਲਟਾ ਉਹ ਦੇਸੀ ਸ਼ਬਦ ਸਿੱਖ ਕੇ ਆ ਗਿਆ ਆ। ਤੇ ਜਦੋਂ ਉਹ ਘਰ ਦੇ ਵਿੱਚ ਬੋਲਦੇ, ਕਦੀ ਲੱਗਦਾ ਹੁੰਦਾ ਕਿ ਨਹੀਂ, ਇਹ ਸ਼ਬਦਾਂ ਦਾ ਇਸਤੇਮਾਲ ਕਰਨ ਦੀ ਕੀ ਲੋੜ ਹੈ, ਤੁਸੀਂ ਉਹੀ ਡਾਕਟਰੀ ਭਾਸ਼ਾ ਇਸਤੇਮਾਲ ਕਰੋ। ਦੇਖੋ, ਲਾਈਕ ਮੈਨੂੰ ਇੱਦਾਂ ਕਦੇ ਫੀਲ ਨਹੀਂ ਹੁੰਦਾ ਕਿ ਮੈਨੂੰ ਕਿਸੇ ਬਹੁਤ ਪੌਸ਼ ਹਸਪੀਟਲ ਦੇ ਵਿੱਚ ਕੰਮ ਕਰਨਾ ਚਾਹੁੰਦਾ ਸੀ, ਜਿੱਥੇ ਮੈਂ ਸਿਰਫ ਇੰਗਲਿਸ਼ 'ਚ ਗੱਲ ਕਰਾਂ, ਜਾਂ ਸਿਰਫ ਬੜੇ ਰਿਚ ਤਬਕੇ ਦੇ ਪੇਸ਼ੈਂਟਸ ਨੂੰ ਜਾਂ ਉਹਨਾਂ ਦੇ ਐਨੀਮਲਸ ਨੂੰ ਟਰੀਟ ਕਰਾਂ। ਸੋ ਆਈ ਐਮ ਵੈਰੀ ਮਚ ਕੰਫਰਟੇਬਲ ਵਿਦ ਮਾਈ ਜੌਬ। ਜਿਸ ਆਪਣੇ ਡਿਪਾਰਟਮੈਂਟ ਦੇ ਵਿੱਚ ਆ, ਇਸ ਜੌਬ ਦੇ ਵਿੱਚ ਆ, ਅਤੇ ਮੈਂ ਇੱਕ ਬਹੁਤ ਕੰਫਰਟੇਬਲ ਫੀਲ ਕਰਦੀ ਹਾਂ, ਬਹੁਤ ਕੰਫਰਟੇਬਲੀ ਲੋਕਾਂ ਨਾਲ ਇੰਟਰੈਕਟ ਕਰਦੀ ਹਾਂ। ਅਤੇ ਡੈਫੀਨੇਟਲੀ ਇਹ ਜਿਹੜੇ ਟੈਕਨੀਕਲ ਟਰਮਸ ਨੇ, ਇਹ ਹਸਪਤਾਲ ਤੱਕ ਹੀ ਸੀਮਿਤ ਰਹਿ ਜਾਂਦੀਆਂ, ਘਰ ਕਦੇ ਜਾਂਦੀਆਂ ਹੀ ਨਹੀਂ। ਘਰ ਜਾ ਕੇ ਤਾਂ ਇੱਦਾਂ ਦੀ ਕੋਈ ਡਿਸਕਸ਼ਨ ਨਹੀਂ ਹੁੰਦੀ। ਪਰ ਅਦਰਵਾਈਜ਼ ਮੇਰੀ ਫੈਮਿਲੀ, ਮੇਰੇ ਪੇਰੈਂਟਸ ਬਹੁਤ ਪ੍ਰਾਊਡ ਫੀਲ ਕਰਦੇ ਨੇ ਕਿ ਇਹ ਵੈਟਰਨਰੀ ਡਾਕਟਰ ਹੈ, ਅਤੇ ਇਕਨੋਮਿਕਲੀ ਇੰਡੀਪੈਂਡੈਂਟ ਹੈ। ਅਤੇ ਨਹੀਂ, ਇੱਦਾਂ ਦਾ ਕਦੇ ਕੋਈ ਮਹਿਸੂਸ ਨਾ ਤਾਂ ਮੈਂ ਕੀਤਾ, ਅਤੇ ਨਾ ਹੀ ਮੈਨੂੰ ਕਦੇ ਫੀਲ ਹੁੰਦਾ ਹੈ ਕਿ ਮੈਂ ਇੱਕ ਪਿੰਡ 'ਚ ਜੌਬ ਕਰ ਰਹੀ ਹਾਂ ਤਾਂ ਇਸ ਲਈ ਮੇਰਾ ਸਟੇਟਸ ਇਨਫੀਰੀਅਰ ਹੈ। ਨਹੀਂ, ਮੈਂ ਤਾਂ ਇੱਦਾਂ ਕਦੇ ਫੀਲ ਨਹੀਂ ਕੀਤਾ। ਤੇ ਮੈਨੂੰ ਲੱਗਦਾ ਕਿ ਇਹ ਗੱਲ ਕਰਨੀ ਵੀ ਨਹੀਂ ਬਣਦੀ, ਕਿਉਂਕਿ ਪੰਜਾਬ ਤਾਂ ਹੈ ਹੀ ਪਿੰਡਾਂ ਦੇ ਨਾਲ ਆ। ਜਦੋਂ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਪਿੰਡਾਂ ਵਾਲਾ ਹੀ ਪੰਜਾਬ ਆ। ਸ਼ਹਿਰਾਂ ਤੋਂ ਜਦੋਂ ਚਲੇ ਜਾਂਦੇ ਹੋ ਤਾਂ ਫਿਰ ਪੰਜਾਬੀਅਤ ਵਾਲੀ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਘਟਣੀ ਸ਼ੁਰੂ ਹੋ ਜਾਂਦੀ ਆ। ਪਿੰਡਾਂ 'ਚ ਪੰਜਾਬ ਜਿਹੜਾ ਉਹ ਵੱਸਦਾ ਆ। ਮੈਂ ਜਿੰਨੀ ਕੋਈ ਇੰਟਰਵਿਊ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਜਿੰਨਾ ਕੋ ਜਾਣਨ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਤੁਸੀਂ ਦੱਸਿਆ ਕਿ ਤੁਹਾਡੇ ਮਾਤਾ ਪਿਤਾ ਵਿਦੇਸ਼ 'ਚ ਬੈਠੇ ਨੇ, ਕੈਨੇਡਾ ਬੈਠੇ ਨੇ, ਸੈਟਲ ਨੇ, ਠੀਕ ਆ, ਇੱਥੇ ਵੀ ਚੰਗੀ ਜੌਬ ਕਰਦੇ ਸੀਗੇ, ਜੌਬ ਤੋਂ ਬਾਅਦ ਉੱਧਰ ਚਲੇ ਗਏ। ਆਮ ਤੌਰ 'ਤੇ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦਾ ਸੁਪਨਾ ਹੀ ਇਹ ਹੈ ਕਿ 12ਵੀਂ ਜਮਾਤ ਕਰਨ ਤੋਂ ਬਾਅਦ ਆਇਲਸ ਕੀਤੀ ਜਾਵੇ ਅਤੇ ਵਿਦੇਸ਼ ਚਲਾ ਜਾਵੇ। ਅਤੇ ਡਾਕਟਰ ਵੀ ਬਹੁਤ ਸਾਰੇ ਇਹੋ ਜਿਹਾ, ਇੰਜੀਨੀਅਰ ਵੀ ਬਹੁਤ ਸਾਰੇ ਇਹੋ ਜਿਹਾ ਪੜ੍ਹਦੇ ਇੱਥੇ ਆ, ਅਤੇ ਮੁੜ ਕੇ ਨੌਕਰੀਆਂ ਜਾਂ ਸੇਵਾਵਾਂ ਉੱਥੇ ਬਾਹਰ ਜਾ ਕੇ ਕਰਦੇ। ਮਾਂ-ਬਾਪ ਕਹਿੰਦੇ ਨਹੀਂ ਕਿ ਇੱਥੇ ਆਣ ਕੇ ਸੈੱਟ ਹੋ ਜਾ, ਤੁਹਾਡਾ ਨਹੀਂ ਦਿਲ ਕੀਤਾ ਕਿ ਉੱਥੇ ਜਾ ਕੇ ਸੈੱਟ ਹੋਇਆ ਜਾਵੇ, ਇੱਥੇ ਕੰਮ ਕਰਨ ਦੀ ਬਜਾਏ? ਦੇਖੋ, ਇਨੀਸ਼ੀਅਲੀ ਜਦੋਂ ਮੈਂ ਯੂਨੀਵਰਸਿਟੀ ਦੀ ਡਿਗਰੀ ਕੰਪਲੀਟ ਕੀਤੀ ਤਾਂ ਮੇਰੀ ਇੱਕ ਫੋਰਨ ਯੂਨੀਵਰਸਿਟੀ 'ਚ ਐਡਮਿਸ਼ਨ ਹੋ ਗਈ ਸੀ। ਉਦੋਂ 2005 ਦੇ ਵਿੱਚ, ਹਾਂਜੀ 2005 ਦੀ ਗੱਲ ਕਰ ਰਹੇ ਹਾਂ ਆਪਾਂ, 2005 ਦੇ ਵਿੱਚ ਡੈਫੀਨੇਟਲੀ ਪਲਾਨ ਸੀਗਾ ਕਿ ਜਦੋਂ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਫਾਰਗੋ ਦੇ ਵਿੱਚ ਹੈ, ਨਾਰਥ ਡਕੋਟਾ ਸਟੇਟ ਦੇ ਵਿੱਚ, ਅਮਰੀਕਾ ਦੇ ਵਿੱਚ, ਉਦੋਂ ਸੀਗਾ ਮਨ ਕਾਫੀ ਜ਼ਿਆਦਾ ਕਿ ਇੱਧਰ ਜੌਬ ਨਾ ਕੀਤੀ ਜਾਵੇ, ਉੱਧਰ ਜ਼ਿਆਦਾ ਵਧੀਆ ਹੈਗਾ। ਅਤੇ ਪਰ ਹੁਣ ਇੰਨੇ ਸਾਲਾਂ ਬਾਅਦ ਜਦੋਂ ਇੱਥੇ ਇੱਕ ਜੌਬ ਹੈ, ਇੱਥੇ ਇੱਕ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਬੜਾ ਮਾਣ ਮਹਿਸੂਸ ਹੁੰਦਾ ਹੈ, ਇੱਕ ਆਪਣਾ ਰੁਤਬਾ ਹੈਗਾ ਇਸ ਪ੍ਰੋਫੈਸ਼ਨ ਦਾ, ਅਤੇ ਹੁਣ ਤਾਂ ਬਿਲਕੁਲ ਮਨ ਨਹੀਂ ਕਰਦਾ ਬਾਹਰ ਜਾਣ ਦਾ। ਮੇਰੇ ਪੇਰੈਂਟਸ ਬਾਹਰ ਹੈਗੇ, ਡੈਫੀਨੇਟਲੀ ਮੇਰਾ ਦਿਲ ਕਰਦਾ ਹੈ ਕਿ ਇਨਫੈਕਟ ਮੇਰਾ ਪਲਾਨ ਸੀਗਾ ਉਹਨਾਂ ਕੋਲ ਜਾਣ ਦਾ, ਉਹਨਾਂ ਨੂੰ ਵਿਜ਼ਿਟ ਕਰਨ ਦਾ, ਵਿਜ਼ਿਟ ਕਰਕੇ ਵਾਪਸ ਮੁੜਨ ਦਾ। ਪਰ ਨਹੀਂ, ਇੱਦਾਂ ਦਾ ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਸੀਂ, ਮੈਨੂੰ ਲੱਗਦਾ ਕਿ ਸਮਹਾਓ ਜੇ ਤੁਸੀਂ ਆਪਣੀ ਆਈਡੈਂਟੀਟੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ, ਜਿੱਥੇ ਤੋਂ ਤੁਸੀਂ ਜੰਮੇ ਪਲੇ ਹੋ, ਉੱਥੇ ਬਣਾ ਲੈਂਦੇ ਹੋ, ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਜਾ ਕੇ ਸੈਟਲ ਹੋਣਾ। ਤੁਸੀਂ ਇੱਥੇ ਵੀ ਆਪਣੇ ਲਈ ਇੱਕ ਬਹੁਤ ਵਧੀਆ ਲਾਈਫ ਜਿੱਦਾਂ ਦੀ ਤੁਸੀਂ ਚਾਹੁੰਦੇ ਹੋ ਤੁਸੀਂ ਬਿਤਾ ਸਕਦੇ ਹੋ। ਬਾਕੀ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਉਹ ਸਾਰੀਆਂ ਚੀਜ਼ਾਂ ਇੱਥੇ ਉਪਲਬਧ ਨੇ ਆਪਣੇ ਕੰਟਰੀ 'ਚ, ਅਤੇ ਜੇ ਨਹੀਂ ਵੀ ਆ ਤਾਂ ਤੁਸੀਂ ਕ੍ਰੀਏਟ ਕਰੋ ਰਿਸੋਰਸਿਸ ਆਪਣੇ ਲਈ ਸਮਹਾਓ। ਬਾਕੀ ਬਾਹਰ ਜਾਣ ਦੀ ਜਿਹੜੇ ਸਟੂਡੈਂਟਸ ਦੀ ਹੈ, ਐਕਚੁਅਲੀ ਉਦੋਂ
ਮੈਨੂੰ ਲੱਗਦਾ ਕਿ ਜਦੋਂ +1 +2 ਕਰ ਰਹੇ ਹੁੰਦੇ ਸਟੂਡੈਂਟਸ ਦਾ ਬੜਾ ਵੇਵਰਿੰਗ ਮਾਈਂਡ ਹੁੰਦਾ। ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਐਕਚੁਅਲੀ ਪਤਾ ਨਹੀਂ ਹੁੰਦਾ ਕਿਸ ਡਾਇਰੈਕਸ਼ਨ ਵੱਲ ਜਾਈਏ। ਤਾਂ ਜਿਹੜੀ ਭੇਡ ਚਾਲ ਹੁੰਦੀ ਹੈ, ਜਦੋਂ ਸਾਡੇ ਵੀ ਯੂਨੀਵਰਸਿਟੀ ਟਾਈਮ ਤੇ ਉਦੋਂ ਮੋਸਟ ਆਫ ਦਾ ਸਟੂਡੈਂਟਸ ਬਾਹਰ ਜਾਂਦੇ ਸੀ, ਤਾਂ ਉਹਨਾਂ ਨੂੰ ਦੇਖਾ ਦੇਖੀ ਹੀ ਮੈਂ GRE ਤੇ TOEFL ਦਾ ਟੈਸਟ ਦਿੱਤਾ ਕਿ ਮੈਂ ਵੀ ਬਾਹਰ ਸੈਟਲ ਹੋ ਜਾ। ਪਰ ਇਹ ਮੇਰੀ ਆਪਣੀ ਥਿੰਕਿੰਗ ਨਹੀਂ ਸੀ, ਮੇਰੀ ਆਪਣੀ ਸੋਚ ਨਹੀਂ ਸੀ, ਇੱਕ ਇਨਫਲੂਐਂਸਡ ਸੋਚ ਹੈ। ਸੋ ਮੈਨੂੰ ਲੱਗਦਾ ਕਿ ਪੰਜਾਬ 'ਚ ਜਿਹੜਾ ਟ੍ਰੈਂਡ ਹੈਗਾ ਬਾਹਰ ਜਾਣ ਦਾ, ਇਹ ਕਾਈਂਡ ਆਫ ਲੋਕ ਇਨਫਲੂਐਂਸ ਹੋ ਜਾਂਦੇ ਨੇ ਜਾਂ ਕਹਿ ਲਈਏ ਕਿ 12ਵੀਂ ਤੱਕ ਸਾਡਾ ਐਜੂਕੇਸ਼ਨ ਸਿਸਟਮ ਹੀ ਇਹੋ ਜਿਹਾ ਨਹੀਂ ਹੈ ਕਿ ਬੱਚੇ ਨੂੰ ਇਹ ਗੱਲ ਦਾ ਵਿਸ਼ਵਾਸ ਦਿਵਾ ਸਕੇ ਕਿ ਤੂੰ ਆਹ ਚੀਜ਼ ਪੜ੍ਹ ਲਈ ਹੈ ਤੇ ਤੂੰ ਇੱਥੇ ਵੀ ਸੈਟਲ ਹੋ ਸਕਦਾ। ਉਹਦੇ ਵਿੱਚ ਇਹ ਸਿਸਟਮ ਹੈ ਨਹੀਂਗਾ, ਐਜੂਕੇਸ਼ਨ ਸਿਸਟਮ ਦੇ ਵਿੱਚ ਉਹ ਚੀਜ਼ਾਂ ਹੈ ਨਹੀਂ ਆ, ਉਹ ਸਮਝਾ ਨਹੀਂ ਪਾਉਂਦੀਆਂ ਚੀਜ਼ਾਂ। ਆਈ ਥਿੰਕ ਬਾਹਰ ਦੇ ਜਿਹੜੇ ਸੁਪਨੇ ਉਹ ਬੜੇ ਲੁਕਰੇਟਿਵ ਲੱਗਦੇ ਨੇ ਉਸ ਟਾਈਮ ਤੇ ਉਹਨਾਂ ਨੂੰ ਲੱਗਦਾ ਕਿ ਬਾਹਰ ਇੱਕ ਵਧੀਆ ਜੀਵਨ ਬਤੀਤ ਹੋ ਸਕਦਾ ਹੈ ਤੇ ਓਨੀ ਹੀ ਮਿਹਨਤ ਬਾਹਰ ਜਾ ਕੇ ਕਰਨੀ ਹੈ, ਪਰ ਓਨੀ ਹੀ ਮਿਹਨਤ ਇੱਥੇ ਕਰਨ ਲਈ ਲੋਕ ਤਿਆਰ ਨਹੀਂ ਹੈ। ਸੋ ਇਹ ਡੈਫੀਨਿਟਲੀ ਕਿਤੇ ਨਾ ਕਿਤੇ ਘਾਟਾ ਨੇ, ਤੇ ਇਹ ਨਾਲ ਦੀ ਨਾਲ ਐਜੂਕੇਸ਼ਨ ਸਿਸਟਮ ਦੇ ਨਾਲ ਮੈਨੂੰ ਲੱਗਦਾ ਇੱਕ ਇੱਦਾਂ ਦਾ ਵੀ ਕੋਰਸ ਨਾਲ ਦੀ ਨਾਲ ਕਰਾਉਣਾ ਚਾਹੀਦਾ ਹੈ ਜਿਹਦੇ ਵਿੱਚ ਲੋਕਾਂ ਨੂੰ ਸਮਹਾਉ ਸੈਲਫ ਇੰਪਲੋਇਮੈਂਟ ਦੇ ਐਵਨਿਊਜ਼ ਹੋਰ ਕ੍ਰੀਏਟ ਕੀਤੇ ਜਾਣ ਕਿ ਇੱਥੇ ਵੀ ਤੁਹਾਨੂੰ ਇੰਪਲੋਇਮੈਂਟ, ਖੁਦ ਵੀ ਤੁਸੀਂ ਕੁਛ ਨਾ ਕੁਛ ਆਪਣਾ ਕੰਮ ਸਟਾਰਟ ਕਰ ਸਕਦੇ ਹੋ। ਉਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਜਿਹੜੇ ਟੈਸਟਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੈਟੀਟਿਵਨੈਸ ਹੋਣ ਕਰਕੇ, ਬਹੁਤ ਜ਼ਿਆਦਾ ਰੈਂਕਿੰਗ ਸਿਸਟਮ ਹੋਣ ਕਰਕੇ ਵੀ ਸਟੂਡੈਂਟਸ ਜਿਹੜਾ ਹੈਗਾ ਇੱਥੋਂ ਛੱਡ ਕੇ ਜਾਣਾ ਚਾਹੁੰਦੇ ਆ। ਸੋ ਇਹ ਕੁਝ ਇੱਕ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਪਏ ਸੀਗੇ ਪਛਾਣ ਦੀ, ਕਿ ਜੇ ਤੁਹਾਡੀ ਇੱਥੇ ਪਛਾਣ ਬਣ ਜਾਂਦੀ ਹੈ ਨਾ ਤਾਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ। ਮੈਨੂੰ ਲੱਗਦਾ ਕਿ ਇਹ ਬਹੁਤ ਮਹੱਤਵਪੂਰਨ ਚੀਜ਼ ਹੈ। ਇੱਥੇ ਤੁਹਾਡੀ ਪਛਾਣ ਆ ਤੇ ਜਦੋਂ ਤੁਸੀਂ ਵਿਦੇਸ਼ ਚਲ ਜਾਣਾ ਤੇ ਫਿਰ ਤੁਹਾਡੀ ਉਹ ਪਛਾਣ ਖਤਮ ਹੋ ਜਾਣੀ ਆ, ਤੁਹਾਨੂੰ ਇੱਕ ਨਵੀਂ ਪਛਾਣ ਘੜਨੀ ਪੈਣੀ ਆ, ਬਣਾਉਣੀ ਪੈਣੀ ਆ, ਸਿਫਰ ਤੋਂ ਸ਼ੁਰੂ ਕਰਨਾ ਪੈਣਾ। ਜਦੋਂ ਮੈਂ ਡਾਕਟਰ ਰਾਣਾ ਪ੍ਰੀਤ ਕੌਰ ਵੱਲ ਦੇਖਦਾ ਹਾਂ ਤੇ ਉੱਥੇ ਮੈਨੂੰ ਨਜ਼ਰ ਆਉਂਦਾ ਕਿ ਮਾਂ-ਬਾਪ ਚੰਗੇ ਪੜ੍ਹੇ ਲਿਖੇ ਸੀਗੇ, ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਚੰਗੀਆਂ ਪੋਸਟਾਂ ਦੇ ਉੱਤੇ ਵੀ ਤੈਨਾਤ ਰਹੇ। ਉਹਨਾਂ ਨੇ ਪਰਵਰਿਸ਼ ਡਾਕਟਰ ਸਾਹਿਬ ਤੁਹਾਡੀ ਇੱਦਾਂ ਦੀ ਕੀਤੀ, ਤੁਹਾਨੂੰ ਮੌਕੇ ਉੱਦਾਂ ਦੇ ਦਿਵਾਏ ਗਏ ਕਿ ਤੁਸੀਂ ਇਸ ਮੁਕਾਮ ਤੱਕ ਪਹੁੰਚ ਸਕੇ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਦੇ ਮਾਂ-ਬਾਪ ਉਨੇ ਐਫਰਟ ਨਹੀਂ ਕਰ ਸਕਦੇ ਹੋਣਗੇ ਜਿੰਨੇ ਤੁਹਾਡੇ ਲਈ ਤੁਹਾਡੇ ਮਾਂ-ਬਾਪ ਨੇ ਕਰ ਦਿੱਤੇ ਆ। ਜੇ ਉਹ ਕੁੜੀਆਂ ਇਸ ਪ੍ਰੋਫੈਸ਼ਨ 'ਚ ਆਉਣਾ ਚਾਹੁੰਦੀਆਂ ਨੇ, ਜੇ ਉਹ ਕੁੜੀਆਂ ਆਪਣੀ ਪਛਾਣ ਜਿਹਦੀ ਤੁਸੀਂ ਗੱਲ ਕੀਤੀ ਕਿ ਬਣੀ ਹੋਈ ਆ ਉੱਦਾਂ ਦੀ ਪਛਾਣ ਬਣਾਉਣੀਆਂ ਚਾਹੁੰਦੀਆਂ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਨੁਕਤਿਆਂ 'ਤੇ ਕੰਮ ਕਰਨਾ ਚਾਹੀਦਾ? ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਮੈਂ ਅੱਧੀ ਆਬਾਦੀ ਨੂੰ ਮੁਖਾਤਿਬ ਹੋ ਰਿਹਾ ਇਸ ਵੇਲੇ, ਤੇ ਉਹ ਕੁੜੀਆਂ ਕਿੱਦਾਂ ਦੇ ਕਦਮ ਚੁੱਕਣ, ਕਿਹੜੀਆਂ ਵਿਉਂਤਾਂ ਘੜਨ ਜਿਹਦੇ ਨਾਲ ਉਹ ਵੀ ਆਪਣੀ ਪਛਾਣ, ਆਪਣੀ ਹੋਂਦ ਸਾਬਤ ਕਰ ਸਕਣ। ਸੋ ਮੈਨੂੰ ਇਹ ਲੱਗਦਾ ਕਿ ਐਜੂਕੇਸ਼ਨ ਦੇ ਮੌਕੇ ਅੱਜ ਕੱਲ੍ਹ ਕੁੜੀਆਂ ਨੂੰ ਵੀ ਉਨੇ ਦਿੱਤੇ ਜਾਂਦੇ ਆ, ਮੁੰਡਿਆਂ ਵੀ ਉਨੇ ਹੀ ਦਿੱਤੇ ਜਾਂਦੇ ਆ, ਬਿਕੋਜ਼ ਕਾਫੀ ਚੇਂਜ ਆ ਗਈ ਹੈ ਸੁਸਾਇਟੀ ਦੇ ਵਿੱਚ ਅਰਬਨ ਏਰੀਆਜ਼ 'ਚ। ਬਟ ਸਮਹਾਉ ਕੁੜੀਆਂ ਨੂੰ ਜੌਬ ਕਰਨ ਲਈ ਮੋਟੀਵੇਟ ਨਹੀਂ ਕੀਤਾ ਜਾਂਦਾ। ਸੋ ਮੈਂ ਸ਼ਹਿਰ ਦੇ ਵਿੱਚ ਵੀ ਮੇਰੇ ਬਹੁਤ ਸਾਰੀਆਂ ਫਰੈਂਡਸ ਨੇ ਜਿਹੜੀਆਂ ਬਹੁਤ ਵੈਲ ਕੁਆਲੀਫਾਈਡ ਨੇ, PhD ਦੀ ਡਿਗਰੀ ਤੱਕ ਕਰਕੇ ਬੈਠੀਆਂ ਨੇ, ਪਰ ਘਰਾਂ ਤੱਕ ਹੀ ਸੀਮਤ ਹੈ। ਸੋ ਮੈਨੂੰ ਲੱਗਦਾ ਇੱਥੇ ਕਿਤੇ ਨਾ ਕਿਤੇ ਸੁਸਾਇਟੀ ਨੂੰ ਕੁੜੀਆਂ ਦੇ ਅੰਦਰ ਇਹ ਚੀਜ਼ ਭਰਨ ਦੀ ਲੋੜ ਹੈ ਕਿ ਸਿਰਫ ਐਜੂਕੇਸ਼ਨ ਲੈਣਾ ਹੀ ਤੁਹਾਡਾ ਮੋਟਿਵ ਨਹੀਂ ਹੋਣਾ ਚਾਹੀਦਾ ਹੈ, ਠੀਕ ਹੈ ਨਾ, ਬਟ ਉਸ ਐਜੂਕੇਸ਼ਨ ਨੂੰ ਅਪਲਾਈ ਕਿੱਦਾਂ ਕਰਨਾ ਹੈ, ਉਸ ਐਜੂਕੇਸ਼ਨ ਨੂੰ ਯੂਜ਼ ਕਿੱਦਾਂ ਕਰਨਾ ਹੈ। ਬਿਕੋਜ਼ ਜੇ ਤੁਸੀਂ ਉਹ ਐਜੂਕੇਸ਼ਨ ਨੂੰ ਯੂਜ਼ ਨਹੀਂ ਕਰਦੇ, ਜੇ ਤੁਸੀਂ ਇੱਕ ਡਿਗਰੀ ਲੈ ਕੇ ਘਰ ਬੈਠੇ ਹੋ MBBS ਦੀ ਜਾਂ BDS ਦੀ ਜਾਂ ਵਟਐਵਰ ਕੋਈ B.Ed ਦੀ ਡਿਗਰੀ, ਪਰ ਤੁਸੀਂ ਜੌਬ ਨਹੀਂ ਕਰ ਰਹੇ, ਤੁਸੀਂ ਘਰੋਂ ਬਾਹਰ ਹੀ ਨਹੀਂ ਨਿਕਲ ਰਹੇ, ਤੁਸੀਂ ਘਰ ਦੀ ਚਾਰ ਦੀਵਾਰੀ ਅੰਦਰ ਹੀ ਸੀਮਤ ਹੋ, ਤਾਂ ਉਸ ਐਜੂਕੇਸ਼ਨ ਦਾ ਕੋਈ ਯੂਜ਼ ਨਹੀਂ ਰਹਿੰਦਾ। ਸੋ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਡੈਫੀਨਿਟਲੀ ਉਹਨਾਂ ਨੂੰ ਜੇ ਮੌਕੇ ਮਿਲਦੇ ਆ ਪੜ੍ਹਾਈ ਦੇ, ਅਪਾਰਟ ਫਰੋਮ ਕੁਛ ਰੂਰਲ ਏਰੀਆਜ਼ 'ਚ ਮੈਂ ਦੇਖਿਆ ਜਿੱਥੇ ਕੁੜੀਆਂ ਦੀ ਐਜੂਕੇਸ਼ਨ ਸੀਮਿਤ ਹੋ ਜਾਂਦੀ 10ਵੀਂ ਤੋਂ ਬਾਅਦ ਫॉर ਮੋਨੀਟਰੀ ਰੀਜ਼ਨਸ, ਪਰ ਅਦਰਵਾਈਜ਼ ਕੁੜੀਆਂ ਨੂੰ ਮੌਕੇ ਮਿਲਦੇ ਆ ਪੜ੍ਹਾਈ ਦੇ, ਪਰ ਉਹਨਾਂ ਉਸ ਤਰੀਕੇ ਨਾਲ ਉਹਨੂੰ ਲੈ ਕੇ ਚੱਲਣ ਕਿ ਅਸੀਂ ਇਸ ਤੋਂ ਬਾਅਦ ਜੌਬ ਕਰਨੇ ਆ। ਤੇ ਕੁੜੀਆਂ ਨੂੰ ਬਿਕੋਜ਼ ਕੁੜੀਆਂ ਨੂੰ ਆਪਣੀ ਆਈਡੈਂਟੀਟੀ ਲਈ ਮਲਟੀਪਲ ਫਰੰਟਸ 'ਤੇ ਫਾਈਟ ਕਰਨਾ ਪੈਂਦਾ ਹੈ। ਘਰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕੁੜੀ ਨੂੰ ਪੜ੍ਹਾਤਾ ਤਾਂ ਵਿਆਹ ਕਰਤਾ, ਜੇ ਉਹ ਜੌਬ ਕਰਦੀ ਹੈ ਤਾਂ ਠੀਕ ਹੈ, ਪਰ ਜੌਬ ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਸਹੁਰੇ ਘਰ ਵਾਲੇ ਡਿਮਾਂਡ ਕਰਦੇ ਜੀ ਪਹਿਲੀ ਗੱਲ ਕੁੜੀ ਨੂੰ ਜੌਬ ਛੱਡਣੀ ਪੈਣੀ, ਅਸੀਂ ਜੌਬ ਨਹੀਂ ਕਰਾਉਣੀ। ਸੋ ਇਸ ਲਈ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈ। ਤੁਸੀਂ ਉਸ ਘਰ ਦੇ ਵਿੱਚ ਕਿਉਂ ਜਾਓ ਜਿੱਥੇ ਤੁਹਾਨੂੰ ਆਪਣੀ ਆਇਡੈਂਟੀਟੀ ਬਣਾਉਣ ਦਾ ਮੌਕਾ ਨਹੀਂ ਮਿਲਦਾ? ਤੁਸੀਂ ਉਸ ਘਰ ਦੇ ਵਿੱਚ ਕਿਉਂ ਜਾਓ? ਤੁਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰੋ ਕਿ ਮੈਂ ਆਪਣੀ ਜੌਬ ਕੰਟੀਨਿਊ ਰੱਖਣਾ ਚਾਹੁੰਦੀ ਹਾਂ। ਬਿਕੋਜ਼ ਮੈਜੋਰਿਟੀ ਆਫ ਦ ਕੇਸਿਸ 'ਚ ਕੁੜੀਆਂ ਦੇ ਲੂਜ਼ ਦੇਅਰ ਜੌਬਸ ਵਨਸ ਦੇ ਗੈਟ ਮੈਰਿਡ, ਬਿਕੋਜ਼ ਸਹੁਰੇ ਨਹੀਂ ਚਾਹੁੰਦੇ ਉਹ ਕੰਮ ਕਰਨ, ਪਰ ਉਹ ਕੰਮ ਕਿਉਂ ਨਾ ਕਰਨ? ਅਤੇ ਜਦੋਂ ਉਹ ਕੰਮ ਨਹੀਂ ਕਰਨਗੀਆਂ ਤਾਂ ਉਹ ਜਿਹੜੀ ਸੋਚ ਹੈਗੀ ਹੈ ਉਹਦੀ ਅੱਗੇ ਕੋਈ ਉਹਨੂੰ ਨਰਿਸ਼ਮੈਂਟ ਨਹੀਂ ਮਿਲਦੀ, ਉਹਦੀ ਅੱਗੇ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਇੱਕ ਤਾਂ ਇਹ ਚੁਣੌਤੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਲੇਡੀਜ਼, ਜਦੋਂ ਬੱਚੇ ਹੋ ਜਾਂਦੇ ਹਨ,
ਜੇ ਸਹੁਰੇ ਘਰ ਜਾ ਕੇ ਵੀ ਜੌਬ ਕਰਦੇ ਹਨ ਤਾਂ ਇੱਕ ਵਾਰ ਜਦੋਂ ਉਹਨਾਂ ਦੇ ਬੱਚੇ ਹੋ ਜਾਂਦੇ ਹਨ ਤਾਂ ਉਸ ਤੋਂ ਬਾਅਦ ਉਹ ਜੌਬ ਲੂਜ਼ ਕਰ ਜਾਂਦੀ ਹੈ। ਸੋ ਬੀਇੰਗ ਅ ਲੇਡੀ ਤੇ ਬੀਇੰਗ ਅ ਵਰਕਿੰਗ ਲੇਡੀ ਇਹ ਬੜਾ ਮੁਸ਼ਕਿਲ ਕੰਮ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਨਾਲ ਵੀ ਜਦੋਂ ਤੁਸੀਂ ਜੌਬ ਕਰਨੀ ਹੈ ਨਾ ਤਾਂ ਉਹ ਇੱਕ ਮਤਲਬ ਡਿਫਰੈਂਟ ਤਰ੍ਹਾਂ ਦਾ ਚੈਲੰਜ ਹੈ। ਪਰ ਦੈਨ ਜੇ ਤੁਸੀਂ ਆਪਣੀ ਇੱਕ ਆਇਡੈਂਟੀਟੀ ਬਣਾਉਣੀ ਤੁਸੀਂ ਉੱਥੇ ਵੀ ਸਟਰਗਲ ਕਰੋ, ਤੁਸੀਂ ਉੱਥੇ ਵੀ ਫਾਈਟ ਕਰੋ। ਤੁਸੀਂ ਕਿਉਂ ਨਾ ਕਰੋ ਫਾਈਟ। ਸਿਰਫ ਮਦਰਹੁੱਡ ਇਜ਼ ਨਾਟ ਇਨਫ, ਯੂ ਨੀਡ ਸਮਥਿੰਗ ਮੋਰ ਦੈਨ ਦੈਟ। ਹੁਣ ਮੇਰੀ ਬੇਟੀ ਸੁੱਤੀ ਪਈ ਸੀ ਜਦੋਂ ਮੈਂ ਆਈ ਹਾਂ ਤਾਂ ਮੈਂ ਉਹਦੇ ਲਈ ਇੱਕ ਨੋਟ ਛੱਡ ਕੇ ਆਈ ਹਾਂ ਕਿ ਬੇਟਾ ਆਮਲੇਟ ਜਿਹੜਾ ਬਿਕੋਜ਼ ਸਕੂਲ ਲੱਗ ਨਹੀਂ ਰਹੇ, ਟੇਬਲ ਤੇ ਪਿਆ ਤੇ ਆਨਲਾਈਨ ਕਲਾਸ ਕਾਫੀ ਲੇਟ ਹੈ ਤੇ ਉੱਠ ਕੇ ਖਾ ਲਈ ਤੇ ਮੈਨੂੰ ਕਾਲ ਕਰਦੀ ਜਦੋਂ ਉੱਠ ਗਈ। ਸੋ ਇਹ ਬਹੁਤ ਸਾਰੇ ਚੈਲੰਜਸ ਹੈ ਪਰ ਉਹਨਾਂ ਨੂੰ ਐਕਸੈਪਟ ਕਰਨਾ ਪੈਂਦਾ ਹੈ। ਤਾਂ ਤੁਹਾਨੂੰ ਹਰ ਪੜਾਅ 'ਤੇ ਨਾ ਇੱਕ ਸਟਰਗਲ ਹੈ। ਸੋ ਬੀ ਪ੍ਰੀਪੇਅਰਡ। ਮੈਂ ਤਾਂ ਕੁੜੀਆਂ ਨੂੰ ਇਹੀ ਕਰਨਾ ਚਾਹੁੰਦੀ ਕਿ ਜੇ ਤੁਸੀਂ ਪ੍ਰੀਪੇਅਰਡ ਨਹੀਂ ਹੋ ਨਾ ਸਟਰਗਲ ਕਰਨ ਲਈ ਫਿਰ ਤੁਹਾਡੀ ਆਇਡੈਂਟੀਟੀ ਬਣ ਨਹੀਂ ਸਕਦੀ। ਆਇਡੈਂਟੀਟੀ ਉਦੋਂ ਹੀ ਬਣਦੀ ਹੈ ਜਦੋਂ ਤੁਸੀਂ ਸਟਰਗਲ ਕਰਦੇ ਹੋ, ਤੁਸੀਂ ਆਵਾਜ਼ ਉਠਾਉਂਦੇ ਹੋ। ਸੋ ਆਪਣੀ ਆਵਾਜ਼ ਨੂੰ ਕਦੇ ਦਬਾਓ ਨਾ। ਤੇ ਜੇ ਤੁਸੀਂ ਜੌਬ ਕਰਨਾ ਚਾਹੁੰਦੇ ਹੋ ਤਾਂ ਮਲਟੀਪਲ ਫਰੰਟਸ 'ਤੇ ਤੁਹਾਨੂੰ ਲੜਨਾ ਪੈਂਦਾ ਤੇ ਲੜਾਈ ਲਈ ਤਿਆਰ ਰਹੋ। ਕੁੜੀਆਂ ਨੂੰ ਅਸੀਂ ਕਹਿੰਦੇ ਆ ਕਿ ਲੜਾਈ ਲਈ ਤਿਆਰ ਰਹੋ, ਤੇ ਮੈਂ ਬਾਕੀ ਜਿਹੜੀ ਅੱਧੀ ਆਬਾਦੀ ਆ ਉਹਨੂੰ ਮੁਖਾਤਿਬ ਹੋ ਕੇ ਕਹਿੰਦਾ ਕਿ ਭਾਈ ਇਹਨਾਂ ਨੂੰ ਲੜਾਈ ਦਾ ਮੌਕਾ ਨਾ ਦਿਓ। ਤੁਸੀਂ ਇਹਨਾਂ ਦੇ ਜਿਹੜੇ ਮੌਕੇ ਆ ਉਹਨਾਂ ਨੂੰ ਰੋਕਣ ਦੀ ਬਜਾਏ ਸਗੋਂ ਨਾਲ ਆਪਣੇ ਤੋਰੋ, ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਜਿਹੜੀ ਗੱਲ ਕੀਤੀ ਜਾਂਦੀ ਆ, ਬਰਾਬਰ ਦੇ ਹੱਕਾਂ ਦੀ ਜਿਹੜੀ ਗੱਲ ਕੀਤੀ ਜਾਂਦੀ ਆ, ਜੇ ਉਸ ਤਰੀਕੇ ਨਾਲ ਚੱਲੋਗੇ ਤਾਂ ਜ਼ਿੰਦਗੀ ਖੂਬਸੂਰਤ ਬਣ ਸਕਦੀ ਆ। ਤੁਹਾਡਾ ਹਮਸਾਥੀ ਜਿਹੜਾ ਆ ਜੇ ਉਹ ਵੀ ਤੁਹਾਡੇ ਬਰਾਬਰ ਕੰਮ ਕਰਨ ਵਾਲਾ ਆ, ਆਪਣੀ ਪਛਾਣ ਰੱਖਣ ਵਾਲਾ ਆ, ਤੇ ਤੁਹਾਡੇ ਲਈ ਮਾਣ ਵਾਲੀ ਗੱਲ ਹੋ ਸਕਦੀ ਹੈ। ਇਸ ਕਰਕੇ ਇਹ ਤੋਂ ਹਟਾਉਣ ਦੀ ਉਹਨਾਂ ਨੂੰ ਲੋੜ ਨਹੀਂ ਆ। ਉਹ ਲੜਨ ਤੁਹਾਡੇ ਨਾਲ, ਜਿਹੜੀ ਲੜਾਈ ਉਹ ਆਪਣੀ ਆਇਡੈਂਟੀਟੀ ਦੀ, ਆਪਣੀ ਪਛਾਣ ਦੀ ਲੜਦੀਆਂ ਨੇ, ਉਹ ਲੜਾਈ ਉਹਨਾਂ ਦੀ ਸਗਾ 'ਤੇ ਸੁਖਾਵੀਂ ਕਰ ਦਿਓ, ਉਹਨਾਂ ਦਾ ਸਾਥ ਦੇ ਕੇ। ਉਹ ਤੁਹਾਡੇ ਬਰਖਿਲਾਫ ਹੋ ਕੇ ਤੁਹਾਡੇ ਲਈ ਵੀ ਮੁਸ਼ਕਲਾਂ ਪੈਦਾ ਕਰਨਗੇ ਜਾਂ ਤੁਸੀਂ ਉਹਨਾਂ ਲਈ ਮੁਸ਼ਕਲਾਂ ਪੈਦਾ ਕਰੋਗੇ। ਉਹਦੇ ਵਿੱਚ ਐਨਰਜੀ ਲਾਉਣ ਦੀ ਬਜਾਏ ਥੋੜ੍ਹਾ ਸੁਸਾਇਟੀ ਨੂੰ ਅੱਗੇ ਤੋਰਨ ਦੇ ਵਿੱਚ ਜੇ ਐਨਰਜੀ ਲਾਈਏ ਤਾਂ ਜ਼ਿਆਦਾ ਬਿਹਤਰ ਹੋਏਗਾ। ਇੱਕ ਹੋਰ ਪਹਿਲੂ ਜਿਹੜਾ ਆ ਉਹ ਡਾਕਟਰ ਸਾਹਿਬ ਤੁਹਾਡਾ ਮੈਂ ਦੇਖਿਆ ਹੈ ਕਿ 3 ਕਿਤਾਬਾਂ ਵੀ ਤੁਸੀਂ ਲਿਖੀਆਂ ਨੇ। ਪ੍ਰੋਫੈਸ਼ਨ ਦੇ ਨਾਲ ਜੁੜ ਕੇ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਜਿੱਦਾਂ ਦਾ ਪ੍ਰੋਫੈਸ਼ਨ ਹੁੰਦਾ ਨਾ ਤੁਸੀਂ ਉੱਦਾਂ ਦੇ ਹੋ ਰਹਿੰਦੇ ਹੋ। ਤੇ ਇਹ ਪ੍ਰੋਫੈਸ਼ਨ ਤੁਹਾਡਾ ਇਹੋ ਜਿਹਾ ਕਿ ਤੁਸੀਂ ਇਹਦੇ ਵਿੱਚ ਮਸਰੂਫੀਅਤ ਵੀ ਬਹੁਤ ਜ਼ਿਆਦਾ ਹੁੰਦੀ ਆ, ਬਰਡਨ ਵੀ ਬਹੁਤ ਜ਼ਿਆਦਾ ਹੁੰਦਾ ਆ ਹਰ ਤਰੀਕੇ ਨਾਲ। ਤਾਂ ਤੁਸੀਂ ਕਹਿੰਦੇ ਕਿ ਇੱਕ ਮਦਰ ਵੀ ਹੋ, ਤੁਸੀਂ ਇੱਕ ਪਤਨੀ ਹੋ, ਇੱਕ ਡਾਕਟਰ ਹੋ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਾਲ ਪੜ੍ਹਨ ਲਿਖਣ ਲਈ ਸਮਾਂ ਕੱਢ ਲੈਂਦੇ ਹੋ ਤੇ 3 ਕਿਤਾਬਾਂ ਵੀ ਹੁਣ ਤੱਕ ਲਿਖ ਚੁੱਕੇ ਹੋ। ਕਿਸ ਤਰੀਕੇ ਨਾਲ ਇਹ ਕ੍ਰੀਏਟੀਵਿਟੀ ਦਾ, ਰਚਨਾਤਮਕਤਾ ਦਾ ਜਿਹੜਾ ਇਹ ਸਿਲਸਿਲਾ ਹੈ ਕਿੱਦਾਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ ਤੇ ਇੱਥੋਂ ਤੱਕ ਕਿੱਦਾਂ ਪਹੁੰਚਾ? ਦੇਖੋ ਪੜ੍ਹਨ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਤੇ ਘਰ ਦਾ ਮਾਹੌਲ ਇਦਾਂ ਸੀ ਬਿਕੋਜ਼ ਦੋਨੇ ਪੇਰੈਂਟਸ ਐਜੂਕੇਸ਼ਨ ਡਿਪਾਰਟਮੈਂਟ ਸੀ। ਇੰਗਲਿਸ਼ ਤੇ ਪੰਜਾਬੀ ਦੇ ਨੋਵਲਸ ਹਮੇਸ਼ਾ ਰਹਿੰਦੇ ਸੀ ਘਰ ਦੇ ਵਿੱਚ ਤੇ ਸੋ ਮੈਨੂੰ ਰੋਕਿਆ ਜਾਂਦਾ ਸੀਗਾ ਕਿ ਸਟੱਡੀ ਦਾ ਜਿਹੜਾ ਟਾਈਮ ਹੈ ਉਹ ਆਪਣੇ ਕੋਰਸ ਨੂੰ ਡਿਵੋਟ ਕਰੋ, ਇਹ ਨੋਵਲਸ ਪੜ੍ਹਨ ਲਈ ਸਾਰੀ ਉਮਰ ਪਈ ਹੈ। ਤੇ ਇਨਫੈਕਟ ਇਹੀ ਗੱਲ ਜਦੋਂ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਆਪਣੇ ਸਹੁਰੇ ਘਰ ਵੀ ਨੋਵਲਸ ਪੜ੍ਹੀ ਜਾਣਾ ਤੇ ਮੇਰੀ ਮਦਰ ਇਨ ਲਾਅ ਨੇ ਵੀ ਇੱਕ ਵਾਰ ਪੁਆਇੰਟ ਕਰਨਾ ਕਿ ਕੀ ਕਿਤਾਬਾਂ ਪੜ੍ਹਦੀ ਰਹਿੰਦੀ ਹੈ ਸਾਰਾ ਦਿਨ, ਕਿਚਨ 'ਚ ਵੀ ਚੱਲ ਜਾ ਕਰ। ਸੋ ਆਈ ਥਿੰਕ ਇਹ ਜਿਹੜਾ ਸ਼ੌਕ ਹੈ ਨਾ ਇਹਨੂੰ ਈਵਨ ਮੇਰੇ ਪੇਰੈਂਟਸ ਵੀ ਕਹਿੰਦੇ ਰਹੇ ਕਿ ਕੋਰਸ ਵਾਲ ਜਾਂ ਜੋ ਵੀ, ਇਹ ਸ਼ੌਕ ਮੈਨੂੰ ਛੱਡਿਆ ਨਹੀਂ ਗਿਆ। ਤੇ ਰਾਈਟਿੰਗ ਮੇਰੀ ਸ਼ੁਰੂ ਹੋਈ ਸੋਸ਼ਲ ਮੀਡੀਆ ਤੇ। ਮੈਂ ਫੇਸਬੁੱਕ ਤੇ ਲਿਖਣਾ ਸ਼ੁਰੂ ਕੀਤਾ ਤੇ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ। ਫਿਰ ਇੱਕ ਇੱਦਾਂ ਦਾ ਮੈਂ ਫੇਸਬੁੱਕ ਤੇ ਲੇਖ ਲਿਖਿਆ ਕਿ ਮੈਂ ਸੋਚਿਆ ਕਿ ਚਲੋ ਇੰਨੀ ਐਪਰੀਸੀਏਸ਼ਨ ਮਿਲ ਰਹੀ ਤਾਂ ਵਾਈ ਨਾਟ ਸੈਂਡ ਇਟ ਟੂ ਦ ਟ੍ਰਿਬਿਊਨ। ਮੈਂ ਉਹਨੂੰ ਮਿਡਲ ਦੇ ਬਣਾ ਕੇ ਉਹਨੂੰ ਦ ਟ੍ਰਿਬਿਊਨ ਆਫਿਸ 'ਚ ਭੇਜਿਆ ਤਾਂ ਉਹਨਾਂ ਨੇ 2 ਦਿਨ ਬਾਅਦ ਮੈਨੂੰ ਮਿਸਟਰ ਨਿਰਮਲ ਸੰਧੂ ਉਦੋਂ ਟ੍ਰਿਬਿਊਨ ਦੇ ਮਿਡਲਸ ਦੇ ਇੰਚਾਰਜ ਸੀ, ਉਹਨਾਂ ਦਾ ਫੋਨ ਆ ਗਿਆ ਕਿ ਤੇਰੀ ਓਰੀਜਨਲ ਕੰਪੋਜੀਸ਼ਨ ਹੈ। ਤੇ ਮੈਂ ਕਿਹਾ ਹਾਂਜੀ ਸਰ ਬਿਲਕੁਲ ਮੈਂ ਲਿਖੀ ਹੈ। ਤਾਂ ਕਹਿੰਦੇ ਮੈਨੂੰ ਬੜੀ ਪਸੰਦ ਆਈ ਤਾਂ ਵੀ ਆਰ ਕੈਰਿੰਗ ਇਟ ਔਨ ਮੰਡੇ। ਤਾਂ ਉਹ ਮੰਡੇ ਪਬਲਿਸ਼ ਹੋਈ। ਸੋ ਆਈ ਥਿੰਕ ਇਹ 2017 31 ਜੁਲਾਈ 2017 ਦੀ ਗੱਲ ਹੈ। ਤਾਂ ਇਹ ਮੇਰੇ ਲਈ ਇੱਕ ਬਹੁਤ ਚੇਂਜ ਸੀਗੀ ਕਿ ਜਦੋਂ ਮੈਂ ਇੱਕ ਨੈਸ਼ਨਲ ਨਿਊਜ਼ਪੇਪਰ ਦੇ ਵਿੱਚ ਪਬਲਿਸ਼ ਹੋਈ ਤਾਂ ਮੇਰਾ ਕੌਨਫੀਡੈਂਸ ਕਿਤੇ ਤੋਂ ਕਿਤੇ ਪਹੁੰਚ ਗਿਆ। ਉਸ ਤੋਂ ਬਾਅਦ ਮੈਂ ਹਿੰਦੁਸਤਾਨ ਟਾਈਮਸ 'ਚ ਲਿਖਣਾ ਸ਼ੁਰੂ ਕੀਤਾ, ਡੇਲੀ ਪੋਸਟ, ਦ ਹਿੰਦੂ, ਦ ਸਟੇਟਸਮੈਨ, ਡੈਕਨ ਹੈਰਾਲਡ ਤੇ ਸਾਊਥ ਦੇ ਕੁਝ ਨਿਊਜ਼ਪੇਪਰਸ, ਉਹਨਾਂ ਵਿੱਚ ਹਾਲੇ ਵੀ ਮੈਂ ਲਿਖਦੀ ਹਾਂ। ਤੇ ਹੁਣ ਮੈਂ ਇੰਟਰਨੈਸ਼ਨਲ ਜਰਨਲਸ ਲਈ ਵੀ ਲਿਖ ਰਹੀ ਹਾਂ। ਸੋ ਇਹ ਸ਼ੁਰੂਆਤ ਸੋਸ਼ਲ ਮੀਡੀਆ ਤੇ ਹੋਈ ਤੇ ਟ੍ਰਿਬਿਊਨ ਤੱਕ ਪਹੁੰਚੀ ਤੇ ਅੱਗੇ ਨਿਊਜ਼ਪੇਪਰਸ ਤੋਂ ਹੁਣ ਇੰਟਰਨੈਸ਼ਨਲ ਜਰਨਲਸ ਤੇ ਫਿਰ ਮੈਂ ਬੁੱਕ ਵੀ ਲਿਖੀ, ਮੈਂ ਪਬਲਿਸ਼ਰਸ ਵੀ ਉਹਦੇ ਲਈ ਲੱਭੇ ਤੇ ਬੁੱਕਸ ਵੀ ਛਪਾ ਲਈਆਂ। ਸੋ ਆਈ ਥਿੰਕ ਇਹਦਾ ਰੀਜ਼ਨ ਇਹ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਲਈ ਪੈਸ਼ਨੇਟ ਹੁੰਦੇ ਹੋ ਤਾਂ ਸਾਮਹਾਓ ਤੁਸੀਂ ਟਾਈਮ ਕੱਢ ਲੈਂਦੇ ਹੋ। ਜਿਹੜੀ ਤੁਸੀਂ ਟਾਈਮ ਦੀ ਗੱਲ ਕੀਤੀ ਉਹ ਬਿਲਕੁਲ ਸਹੀ ਹੈ ਬਿਕੋਜ਼ ਉਸ ਦੇ ਲਈ ਮੈਂ ਇੱਕ ਅਲੱਗ ਤੋਂ ਆਪਣਾ ਮਾਰਨਿੰਗ ਟਾਈਮ ਰੱਖਿਆ ਹੋਇਆ ਲਿਖਣ ਤੇ ਪੜ੍ਹਨ ਲਈ। ਮੈਂ ਮਾਰਨਿੰਗ 'ਚ 3 ਜਾਂ 3:30 ਉੱਠ ਜਾਂਦੀ ਹਾਂ। ਮੈਂ ਉੱਠ ਕੇ ਆਪਣੇ ਲਈ ਚਾਹ ਬਣਾਉਂਦੀ ਹਾਂ ਤੇ ਆਪਣਾ ਸੋਚਦੀ ਹਾਂ ਕਿ ਮੈਂ ਕੀ ਲਿਖਣਾ ਹੈ ਜਾਂ ਜੋ ਕੁਝ ਮੇਰੇ ਮਾਈਂਡ 'ਚ ਹੁੰਦਾ ਉਹ ਮੈਂ ਆਪਣੇ ਲੈਪਟਾਪ 'ਤੇ ਟਾਈਪ ਕਰ ਲੈਂਦੀ ਹਾਂ ਜਾਂ ਮੈਂ ਪੜ੍ਹਦੀ ਹਾਂ। ਸੋ 3 to 6
ਜਿਹੜਾ ਮਾਰਨਿੰਗ ਦਾ ਟਾਈਮ ਹੈ ਉਹ ਮੈਂ ਇਸ ਲਈ ਯੂਟਿਲਾਈਜ਼ ਕਰਦੀ ਹਾਂ। ਅਤੇ ਡੈਫੀਨੇਟਲੀ ਜੋਬ ਦੇ ਵਿੱਚ ਬਹੁਤ ਮਸਰੂਫੀਅਤ ਹੈ, ਪਰ ਡਿਪਾਰਟਮੈਂਟ ਜਿਹੜਾ ਹੈਗਾ ਉਹ ਬਹੁਤ ਸਪੋਰਟ ਕਰਦਾ ਹੈ। ਜਦੋਂ ਵੀ ਮੇਰੇ ਆਰਟੀਕਲਸ ਆਉਂਦੇ ਨੇ ਜਾਂ ਬੁੱਕਸ ਆਉਂਦੇ ਨੇ, ਉਹਦੇ ਲਈ ਸਾਡਾ ਜਿਹੜਾ ਮਹਿਕਮਾ ਐਨੀਮਲ ਹਸਬੈਂਡਰੀ ਉਹਨੇ ਹਮੇਸ਼ਾ ਸਪੋਰਟ ਕੀਤਾ। ਉਹਨੇ ਕਦੇ ਇੱਦਾਂ ਦੀ ਕਦੇ ਕੋਈ ਗੱਲ ਨਹੀਂ ਹੋਈ ਵੀ ਨਾ ਲਿਖੋ, ਸਗੋਂ ਪ੍ਰੋਫੈਸ਼ਨਲੀ ਮੈਂ ਲਿਖਦੀ ਹਾਂ। ਇਸ ਤੋਂ ਇਲਾਵਾ ਬੁੱਕਸ ਅਤੇ ਆਰਟੀਕਲਸ ਤੋਂ ਇਲਾਵਾ ਜਿਹੜਾ ਸਾਡਾ ਡਿਪਾਰਟਮੈਂਟ ਦਾ ਮੈਗਜ਼ੀਨ ਹੈ ਵੀ ਹੈ, ਅਤੇ ਕਿਤੇ ਨਾ ਕਿਤੇ ਬਾਕੀ ਚੀਜ਼ਾਂ ਤੋਂ ਧਿਆਨ ਹਟਾ ਕੇ ਟੀਵੀ ਦੇਖਣਾ ਬੰਦ ਕਰਤਾ, ਗੌਸਿਪ ਕਰਨਾ ਬੰਦ ਕਰਤਾ, ਬਾਹਰ ਜਾਣਾ ਬੰਦ ਕਰਤਾ ਫਰੈਂਡਸ ਨਾਲ। ਸੋ ਇੱਥੋਂ ਵੀ ਟਾਈਮ ਸਮਹਾਓ ਜਿੱਥੋਂ ਵੀ ਟਾਈਮ ਮਿਲਦਾ ਉਹ ਕੱਢ ਕੇ ਆਪਣੇ ਰੀਡਿੰਗ ਦੇ ਲਈ, ਪੈਸ਼ਨ ਦੇ ਲਈ ਰੱਖਿਆ, ਜਿਹੜੇ ਬਾਕੀ ਐਕਟੀਵਿਟੀਜ਼ ਲਈ ਸੀ। ਸੋ ਆਈ ਥਿੰਕ ਜਦੋਂ ਤੁਹਾਡੇ ਮਨ ਵਿੱਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਨਾ, ਤੁਸੀਂ ਉਹ ਕਰ ਦਿੰਦੇ ਹੋ ਤਾਂ ਟਾਈਮ ਵੀ ਹਮੇਸ਼ਾ ਨਿਕਲ ਆਉਂਦਾ। ਅੱਛਾ, ਤੁਸੀਂ ਕਿਹਾ ਕਿ ਵੱਖ-ਵੱਖ ਨਿਊਜ਼ਪੇਪਰਸ ਲਈ ਤੁਸੀਂ ਆਰਟੀਕਲਸ ਜਿਹੜੇ ਆ ਉਹ ਲਿਖਦੇ ਰਹੇ ਹੋ। ਇਹ ਜਿਹੜੀਆਂ ਤੁਹਾਡੀਆਂ 3 ਕਿਤਾਬਾਂ ਨੇ, ਜਿਹਦੇ ਵਿੱਚ ਫਾਈਂਡਿੰਗ ਜੂਲੀਆ ਦੀ ਗੱਲ ਕਰ ਸਕਦੇ ਆ, ਐਡਵੈਂਚਰਸ ਆਫ ਏ ਵੈਟ ਦੀ ਗੱਲ ਕਰ ਸਕਦੇ, ਇੱਕ ਕਿਤਾਬ ਹੋਰ ਹੈ ਤੁਹਾਡੀ ਦੋਜ਼ ਕਾਲਜਸ, ਕੀ ਇਹਨਾਂ ਦੇ ਵਿੱਚ ਵੀ ਤੁਹਾਡੇ ਉਹ ਆਰਟੀਕਲਸ ਨੇ ਜਾਂ ਇਹ ਸਾਹਿਤ ਦੀ ਕੋਈ ਹੋਰ ਵਿਧਾ ਦੇ ਵਿੱਚ ਕੁਝ ਨਾਵਲ ਹੈ, ਕਹਾਣੀਆਂ ਆ, ਕਵਿਤਾ, ਇਹਦੇ ਵਿੱਚ ਕੀ ਹੈ? ਦੋਜ਼ ਕਾਲਜਸ ਮੇਰੀ ਫਸਟ ਬੁੱਕ ਹੈ। ਇਟਸ ਫਿਕਸ਼ਨ। ਇਹ ਇੱਕ ਵੈਟਨਰੀ ਸਟੂਡੈਂਟ ਰੀਆ ਜਸਵਾਲ, ਉਹਦੀ ਕਹਾਣੀ ਹੈ ਕਿ ਉਹ ਵੈਟਨਰੀ ਕਾਲਜ ਦੇ ਵਿੱਚ ਕਿੱਦਾਂ ਦੇ ਉਹਨਾਂ ਐਕਸਪੀਰੀਅੰਸਿਸ ਹੁੰਦੇ ਨੇ, ਕਾਈਂਡ ਆਫ ਸੈਮੀ ਆਟੋਬਾਇਓਗ੍ਰਾਫੀਕਲ, ਕੁਝ ਮੇਰੇ ਨਾਲ ਜੋ ਉੱਥੇ ਘਟਨਾਵਾਂ ਹੋਈਆਂ ਜਾਂ ਮੈਂ ਦੇਖੀਆਂ ਲੋਕਾਂ ਨਾਲ ਘਟਨਾਵਾਂ ਹੁੰਦੀਆਂ, ਉਹਨਾਂ ਦੇ ਵਿੱਚ ਕੁਝ ਫਿਕਸ਼ਨ ਐਡ ਕਰਕੇ ਇਟਸ ਅ ਨਾਵਲ, ਪ੍ਰੋਪਰ ਨਾਵਲ। ਫਾਈਂਡਿੰਗ ਜੂਲੀਆ ਮੇਰੇ ਸ਼ੁਰੂ 'ਚ ਜਿਹੜੇ ਮਿਡਲਸ ਛਪੇ, ਕਰੀਬਨ 225 ਮਿਡਲਸ ਮੇਰੇ 15 ਪਬਲੀਕੇਸ਼ਨਸ ਦੇ ਵਿੱਚ ਇੰਕਲੂਡਿੰਗ ਸ਼ਾਰਟ ਸਟੋਰੀਜ਼ ਇਸ ਵੇਲੇ ਛਪ ਚੁੱਕੇ ਆ। ਪਬਲੀਕੇਸ਼ਨਸ ਦੀ ਗੱਲ ਕਰੀਏ ਤਾਂ ਇੰਡੀਅਨ ਨਿਊਜ਼ਪੇਪਰਸ, ਮੈਗਜ਼ੀਨਸ ਪਲੱਸ ਇੰਟਰਨੈਸ਼ਨਲ ਪਬਲੀਕੇਸ਼ਨਸ। ਸੋ 2018 ਦੇ ਵਿੱਚ ਫਾਈਂਡਿੰਗ ਜੂਲੀਆ ਆਈ, ਉਹ ਪਹਿਲੇ ਮੈਂ ਆਪਣੇ 80 ਮਿਡਲਸ ਜਿਹੜੇ ਆ ਉਹ ਕੰਪਾਈਲ ਕਰਕੇ ਉਹਨਾਂ ਨੂੰ ਬੁੱਕ ਦਾ ਫਾਰਮ ਦਿੱਤਾ, ਕਿਉਂਕਿ ਮੇਰੇ ਮਾਈਂਡ 'ਚ ਹਮੇਸ਼ਾ ਸੀਗਾ ਕਿ ਜਿਹੜੇ ਲੂਜ਼ ਆਰਟੀਕਲਸ ਆ ਇਹਨਾਂ ਦੀ ਕੋਈ ਇੰਨੀ ਅਹਿਮੀਅਤ ਨਹੀਂ ਹੈ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਉਦੋਂ ਵੀ ਮੇਰੇ ਮਾਈਂਡ ਸੀ ਕਿ ਜਦੋਂ ਮੇਰੇ ਆਰਟੀਕਲਸ ਹੋ ਜਾਂਦੇ ਆ 100 ਦੇ ਕਰੀਬ ਤਾਂ ਮੈਂ ਇੱਕ ਬੁੱਕ ਡੈਫੀਨੇਟਲੀ ਉਹਨਾਂ ਦੇ ਕੰਪਾਈਲ ਕਰਕੇ ਬਣਾਉਂਗੀ। ਦੀ ਮਿਸ ਐਡਵੈਂਚਰਸ ਆਫ ਅ ਵੈਟ ਦੋਜ਼ ਕਾਲਜਸ ਦਾ ਹੀ ਸੈਕਿੰਡ ਪਾਰਟ ਹੈ। ਉਸ ਵਿੱਚ ਉਹੀ ਕਰੈਕਟਰ ਜਿਹੜੀ ਹੈ, ਸ਼ੀ ਇਜ਼ ਦਾ ਪ੍ਰੋਟੈਗਨਿਸਟ, ਅਤੇ ਉਹ ਅੱਗੇ ਵੱਧਦੀ ਹੈ ਆਪਣੀ ਲਾਈਫ 'ਚ, ਚੁਣੌਤੀਆਂ ਹੁੰਦੀਆਂ ਉਹਦੀ ਲਾਈਫ 'ਚੋਂ ਕਿਸ ਤਰ੍ਹਾਂ ਲੜਦੀ ਹੈ। ਸੋ ਇਟਸ ਅ ਸਟੋਰੀ ਅਬਾਊਟ ਰਿਲੇਸ਼ਨਸ਼ਿਪਸ, ਬਟ ਇਟਸ ਕਾਲਡ ਦ ਮਿਸ ਐਡਵੈਂਚਰਸ ਆਫ ਅ ਵੈਟ ਬਿਕੋਜ਼ ਉਹਦੀ ਜਿਹੜੀ ਪ੍ਰੋਟੈਗਨਿਸਟ ਹੈ ਉਹ ਇੱਕ ਵੈਟਨੇਰੀਅਨ ਹੈ। ਮੈਨੂੰ ਲੱਗਾ ਸੀਗਾ ਕਿ ਜਦੋਂ ਐਡਵੈਂਚਰ ਆਫ ਏ ਵੈਟ ਦੀ ਸ਼ਾਇਦ ਵੈਟਨਰੀ ਡਾਕਟਰ ਹੋਣ ਦੇ ਨਾਤੇ ਇਸ ਕਿੱਤੇ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਜਾਂ ਇਸ ਕਿੱਤੇ ਨਾਲ ਸੰਬੰਧਿਤ ਉਹ ਸਾਰਾ ਕੁਝ ਉਸ ਕਿਤਾਬ ਦੇ ਵਿੱਚ ਹੋਏਗਾ। ਪਰ ਕ੍ਰੀਏਟੀਵਿਟੀ ਹੈ ਤੁਹਾਡੀ। ਮੈਨੂੰ ਪਤਾ ਲੱਗਾ ਕਿ ਅੱਗੇ ਵੀ ਤੁਸੀਂ ਗਦਰ ਮੂਵਮੈਂਟ ਦੇ ਉੱਤੇ ਕੁਝ ਕੰਮ ਕਰ ਰਹੇ ਹੋ, ਉਹਦੀ ਕਿਤਾਬ ਨੂੰ ਲੈ ਕੇ ਕੁਝ ਨਾ ਕੁਝ ਜਿਹੜਾ ਤੁਹਾਡਾ ਸਿਲਸਿਲਾ ਚੱਲਦਾ ਪਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨੀਆਂ, ਕਿਉਂਕਿ ਜਦੋਂ ਪਹਿਲਾਂ ਮੈਂ ਕਿਹਾ ਕਿ ਟਾਈਮ ਜਿਹੜਾ ਆ ਉਹ ਕੱਢਿਆ ਕਿੱਦਾਂ ਜਾਂਦਾ ਆ, ਅਤੇ ਬਹੁਤ ਸਾਰੇ ਲੋਕ ਕਹਿੰਦੇ ਕਿ ਸਾਡੇ ਕੋਲ ਟਾਈਮ ਨਹੀਂ ਆ, ਕੰਮ ਦੇ ਵਿੱਚ ਅਸੀਂ ਮਸਰੂਫ ਹਾਂ, ਅਸੀਂ ਆਹ ਨਹੀਂ ਕਰ ਸਕਦੇ, ਅਸੀਂ ਉਹ ਨਹੀਂ ਕਰ ਸਕਦੇ। ਪਰ ਡਾਕਟਰ ਸਾਹਿਬ ਤੁਸੀਂ ਇੱਥੇ ਡਿਊਟੀ ਦਿੰਦੇ ਹੋ, ਫਿਰ ਬੇਟੀ ਦੀ ਡਿਊਟੀ ਦਿੰਦੇ ਹੋ, ਫਿਰ ਪਰਿਵਾਰ ਦੀ ਵੀ ਡਿਊਟੀ ਦਿੰਦੇ ਹੋ, ਫਿਰ ਲਿਟਰੇਚਰ ਦੇ ਨਾਲ ਵੀ ਜਿਹੜਾ ਉਹ ਸਾਰਾ ਕੁਝ ਬੈਲੈਂਸ ਕਰਨ ਲਈ, ਮੈਨੇਜ ਕਰਨ ਲਈ ਕੋਈ ਟਾਈਮ ਟੇਬਲ ਫਿਕਸ ਕੀਤਾ? ਜਿਵੇਂ ਤੁਸੀਂ ਕਿਹਾ ਕਿ ਪੜ੍ਹਨ ਲਈ ਤਾਂ ਮੈਂ ਸਵੇਰੇ 3:30 ਵਜੇ ਉੱਠ ਜਾਣਾ ਹੁੰਦਾ ਆ, ਉਹ ਟਾਈਮ ਟੇਬਲ ਸਾਰਿਆਂ ਲਈ ਫਿਕਸ ਕੀਤਾ ਹੋਇਆ ਜਾਂ ਇਹ ਆਪਣੇ ਆਪ ਇੱਕ ਜੀਵਨ ਜਿਉਣ ਦਾ ਤਰੀਕਾ ਬਣਾ ਲਿਆ ਅਤੇ ਉਹਦੇ ਵਿੱਚ ਸਾਰੀ ਕੁਝ ਚੱਲਦਾ ਪਿਆ? ਦੇਖੋ, ਇੱਦਾਂ ਕਦੇ ਨਹੀਂ ਹੁੰਦਾ। ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਮੈਂ ਜਿਵੇਂ ਪਹਿਲਾਂ ਵੀ ਕਿਹਾ, ਜਿਸ ਚੀਜ਼ ਲਈ ਤੁਹਾਡੇ ਕੋਲ ਪੈਸ਼ਨ ਹੁੰਦਾ ਉਹਦੇ ਕੋਲ ਕਦੇ ਟਾਈਮ ਦੀ ਘਾਟ ਨਹੀਂ ਹੁੰਦੀ। ਟਾਈਮ ਤੁਸੀਂ ਕੱਢ ਲੈਂਦੇ ਹੋ, ਟਾਈਮ ਸਮਹਾਓ ਨਿਕਲ ਆਉਂਦਾ ਹੈ। ਸੋ ਆਈ ਥਿੰਕ ਬਿਕੋਜ਼ 2017 'ਚ ਮੈਂ ਲਿਖਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਮਨ ਜਿਹੜਾ ਹੈਗਾ ਨਾ ਇੱਧਰ ਲਿਖਣ ਵੱਲ ਨੂੰ ਚੱਲ ਪਿਆ ਹੈਗਾ, ਅਤੇ ਜੋਬ ਡੈਫੀਨੇਟਲੀ ਇੱਕ ਪ੍ਰਾਇਰਟੀ ਹੈਗੀ ਹੈ, ਬੇਟੀ ਹੈ, ਘਰ, ਸਾਰੀ ਚੀਜ਼ਾਂ। ਮੈਂ ਕੁਝ ਜ਼ਿਆਦਾ ਐਫਰਟ ਨਹੀਂ ਕਰਦੀ, ਨਾ ਹੀ ਮੈਂ ਕੋਈ ਪਹਿਲਾਂ ਮੈਂ ਜ਼ਰੂਰ ਟਾਈਮ ਟੇਬਲ ਬਣਾਉਣੇ ਸ਼ੁਰੂ ਕੀਤੇ ਸੀ, ਪਰ ਹੁਣ ਮੈਂ ਇੱਦਾਂ ਦਾ ਕੋਈ ਫਿਕਸ ਟਾਈਮ ਟੇਬਲ ਫੋਲੋ ਨਹੀਂ ਕਰਦੀ। ਸਮਹਾਓ ਇਹ ਚੀਜ਼ਾਂ ਮੇਰੀ ਡੇਲੀ ਲਾਈਫ ਦਾ ਪਾਰਟ ਬਣ ਗਿਆ। ਮੇਰੀ ਬੇਟੀ ਮੇਰੀ ਲਾਈਫ ਦਾ ਪਾਰਟ ਹੈ, ਮੇਰੀ ਜੋਬ ਮੇਰੀ ਲਾਈਫ ਦਾ ਪਾਰਟ ਹੈ, ਡਿਪਾਰਟਮੈਂਟ ਦਾ ਕੰਮ ਲਾਈਫ ਦਾ ਪਾਰਟ ਹੈ, ਅਤੇ ਸਮਹਾਓ ਉਹਦੇ ਵਿੱਚ ਬੁੱਕ ਵੀ ਨਾਲ ਪਰਸ ਦੇ ਵਿੱਚ ਰੱਖੀ ਹੁੰਦੀ ਹੈ। ਜੇ ਬੈਂਕ ਜਾਣਾ, ਤੁਸੀਂ ਬੈਂਕ ਦੀ ਲਾਈਨ 'ਚ ਖੜ੍ਹੇ ਹੋ ਜਾਂ ਬੈਠੇ ਹੋ, ਟਾਈਮ ਲੱਗ ਰਿਹਾ, ਉੱਥੇ ਬੁੱਕ ਪੜ੍ਹੀ ਜਾਣੀ, ਜਾਂ ਜਿੱਥੇ ਕਿਤੇ ਵੀ ਮੈਂ ਜਾਣੀ ਹਾਂ, ਮੈਂ ਇੱਕ ਬੁੱਕ ਕੈਰੀ ਕਰਦੀ। ਜਿੱਥੇ ਮੈਨੂੰ ਲੱਗਦਾ ਹੈ ਕਿ ਮੈਨੂੰ ਟਾਈਮ ਲੱਗਣਾ ਹੈ ਤਾਂ ਮੈਂ ਸਮਹਾਓ ਫਟਾਫਟ ਕੁਝ ਪੇਜਿਸ ਬੁੱਕ ਦੇ ਦੇਖ ਲੈਂਦੀ ਹਾਂ, ਜਾਂ ਮੈਂ ਡਰਾਈਵ ਕਰ ਰਹੀ ਤਾਂ ਵੀ ਮੇਰੇ ਮਾਈਂਡ 'ਚ ਹੁੰਦਾ ਓਕੇ ਮੈਂ ਆਈਡੀਆ ਹੈਗਾ, ਇਹਨੂੰ ਮੈਂ ਸਮਹਾਓ ਇਹਨੂੰ ਆਰਟੀਕਲ 'ਚ ਕਨਵਰਟ ਕਰਨਾ। ਸੋ ਆਈ ਥਿੰਕ ਮੈਨੂੰ ਕੋਈ ਬਹੁਤਾ ਜ਼ਿਆਦਾ ਸਟਰਗਲ ਕਰਨ ਦੀ ਲੋੜ ਨਹੀਂ ਪੈਂਦੀ, ਸਾਰਾ ਕੁਝ ਆਪੇ ਹੀ ਬੈਲੈਂਸ ਹੋ ਰਿਹਾ। ਅਤੇ ਇਹ ਜਿਵੇਂ ਤੁਸੀਂ ਕਿਹਾ, ਇਹ ਡੈਫੀਨੇਟਲੀ ਹੁਣ ਮੇਰੀ ਲਾਈਫ ਦਾ ਇੱਕ ਪਾਰਟ ਬਣ ਚੁੱਕਿਆ। ਅਤੇ ਬਾਕੀ ਜਿਹੜੀਆਂ ਥਾਟਸ ਹੈ ਅਬਾਊਟ ਅਦਰ ਥਿੰਗਸ ਉਹ ਆਉਂਦੀਆਂ ਹੀ ਨਹੀਂ ਆ ਮਾਈਂਡ 'ਚ। ਮੋਸਟ ਆਫ ਦਾ ਟਾਈਮ ਜਿਹੜੀ ਪ੍ਰਾਇਰਟੀ 'ਤੇ ਚੀਜ਼ਾਂ ਹੁੰਦੀਆਂ ਨੇ ਉਹੀ ਚੱਲਦੀਆਂ ਰਹਿੰਦੀਆਂ ਨੇ।
ਮੈਂ ਹੁਣ ਦੁਬਾਰਾ ਫਿਰ ਤੁਹਾਡੇ ਕਿੱਤੇ ਵੱਲ ਆ ਜਾਣਾ। ਆਪਾਂ ਲਿਟਰੇਚਰ ਦੀ ਗੱਲ ਕਰ ਲਿਓ, ਹੁਣ ਦੁਬਾਰਾ ਫਿਰ ਕਿੱਤੇ ਵੱਲ ਆਉਣਾ ਆ। ਤਕਰੀਬਨ ਚੌਥੀ ਪੋਸਟਿੰਗ ਆ ਤੁਹਾਡੀ, ਵੱਖਰੇ ਵੱਖਰੇ ਥਾਂ ਦੇ ਉੱਤੇ ਤੁਸੀਂ ਜਿਹੜੇ ਆ ਉਹ ਟਰਾਂਸਫਰ ਹੋ ਕੇ ਆਏ। ਇਹ ਚੌਥੀ ਜਗ੍ਹਾ ਆ ਬਜਵਾੜਾ ਦਾ ਜਿਹੜਾ ਹਸਪਤਾਲ ਹੈ, ਇੱਥੇ ਚੌਥੀ ਜਗ੍ਹਾ ਤੁਹਾਡੀ। ਜਦੋਂ ਵੀ ਜਿਹੜੇ ਵੀ ਹਸਪਤਾਲ ਦੇ ਵਿੱਚ ਤੁਸੀਂ ਜਾ ਕੇ ਗਏ, ਕਦੀ ਇੱਦਾਂ ਲੱਗਾ ਕਿ ਉੱਥੋਂ ਦੇ ਲੋਕ, ਜਿੱਦਾਂ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀਗੀ ਕਿ ਇੱਕ ਵੱਖਰੀ ਪਿੰਡਾਂ ਦੇ ਲੋਕਾਂ ਲਈ ਵੱਖਰੀ ਚੀਜ਼ ਹੁੰਦੀ ਹੈ ਕਿ ਪਸ਼ੂਆਂ ਦਾ ਡਾਕਟਰ ਇੱਕ ਲੜਕੀ ਹੋਏਗੀ, ਹੈ ਨਾ, ਉਹ ਵੱਖਰੀ ਹੋਏਗੀ, ਕਿ ਇੱਦਾਂ ਵੀ ਲੱਗਾ ਹੈ ਕਿ ਕਦੀ ਕਦੀ ਹੋਇਆ ਹੈ ਕਿ ਲੋਕ ਆਪਣਾ ਪਸ਼ੂ ਜਾਂ ਆਪਣਾ ਜਾਨਵਰ ਲੈ ਕੇ ਆਏ ਆ ਅਤੇ ਜਦੋਂ ਦੇਖਿਆ ਕਿ ਡਾਕਟਰ ਲੜਕੀ ਹੈਗੀ ਆ ਅਤੇ ਲੱਗਾ ਕਿ ਨਹੀਂ ਇੱਥੇ ਵਾਪਸ ਮੁੜ ਜਾਈਏ? ਨਹੀਂ, ਪਹਿਲੇ ਸਟੇਸ਼ਨ 'ਚ ਡੈਫੀਨਿਟਲੀ ਪ੍ਰੋਬਲਮਸ ਆਈਆਂ ਸੀ। ਜਿਹੜਾ ਮੇਰਾ ਪਹਿਲਾ ਸਟੇਸ਼ਨ ਸੀ ਬਘੇਲਾ, ਨਕੋਦਰ ਜਗਰਾਉਂ ਰੋਡ ਤੇ ਬੇਟ ਵਾਲਾ ਏਰੀਆ ਸੀਗਾ। ਇੱਦਾਂ ਤਾਂ ਕਦੇ ਨਹੀਂ ਹੋਇਆ ਕਿ ਲੋਕਾਂ ਨੇ ਕਿਹਾ ਹੋਵੇ ਕਿ ਪਿੱਛੇ ਮੁੜ ਜਾਏ, ਪਰ ਡੈਫੀਨਿਟਲੀ ਇਹ ਕਾਫੀ ਵਾਰ ਹੋਇਆ ਕਿ ਲੋਕ ਆਪਣੀ ਖਾੜਲੀ ਮੱਝ ਲੈ ਕੇ ਆਏ ਤੇ ਕਿਹਾ ਕਿ ਡਾਕਟਰ ਸਾਹਿਬ ਇਹ ਗੱਭਣ ਹੈ, ਇਹਨੂੰ ਚੈੱਕ ਕਰ ਦਿਓ। ਇੱਦਾਂ ਦੀ ਟੈਸਟਿੰਗ ਕਾਫੀ ਵਾਰ ਹੋਈ ਹੈ ਕਿ ਡਾਕਟਰ ਦੀ ਨੌਲੇਜ ਟੈਸਟ ਕੀਤੀ ਹੈ ਲੋਕਾਂ ਨੇ। ਇੱਦਾਂ ਦੇ ਐਕਸਪੀਰੀਐਂਸਿਸ ਕਾਫੀ ਵਾਰ ਹੋਏ ਆ। ਬਟ ਉਸ ਪਹਿਲੇ ਸਟੇਸ਼ਨ ਤੋਂ ਬਾਅਦ ਤਾਂ ਜਾਂ ਤਾਂ ਮੇਰੇ ਮਨ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਆਈ। ਪਹਿਲਾਂ ਮੈਂ ਵੀ ਇਹ ਬਹੁਤ ਜ਼ਿਆਦਾ ਮਹਿਸੂਸ ਕੀਤਾ ਹੈ ਕਿ ਇਹ ਲੋਕਾਂ ਲਈ ਵੀ ਇੱਕ ਡਿਫਰੈਂਟ ਚੀਜ਼ ਹੈ ਕਿ ਇਹ ਲੇਡੀ ਹੈ, ਵੈਟਨਰੀ ਡਾਕਟਰ ਹੈ। ਪਰ ਉਸ ਤੋਂ ਅਗਲੇ ਜਿਹੜੇ ਮੇਰੇ ਸਟੇਸ਼ਨਸ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ, ਤਾਂ ਇੱਦਾਂ ਦਾ ਮੈਂ ਕਦੇ ਕੋਈ ਫੀਲ ਨਹੀਂ ਕੀਤਾ ਲੋਕਾਂ ਦੀ ਝਿਜਕ। ਉਸ ਤੋਂ ਬਾਅਦ ਤਾਂ ਥਿੰਗਸ ਵੈਂਟ ਸਮੂਥਲੀ, ਉਸ ਤੋਂ ਬਾਅਦ ਕਦੇ ਕੋਈ ਪ੍ਰੋਬਲਮ ਨਹੀਂ ਆਈ। ਹੁਣ ਤੁਸੀਂ ਡਾਕਟਰ ਜਿਹੜੇ ਉਹ ਜਾਨਵਰਾਂ ਦੇ ਹੋ, ਪਸ਼ੂਆਂ ਦੇ ਡਾਕਟਰ ਹੋ, ਤੁਹਾਨੂੰ ਚੰਗੇ ਜ਼ਿਆਦਾ ਪਸ਼ੂ ਲੱਗਦੇ ਆ, ਜਾਨਵਰ ਲੱਗਦੇ ਆ, ਜਾਂ ਬੰਦੇ ਚੰਗੇ ਲੱਗਦੇ ਆ ਤੁਹਾਨੂੰ? ਕਿਉਂਕਿ ਮਨੁੱਖ ਦਾ ਸੁਭਾਅ ਤੇ ਜਾਨਵਰ ਤੇ ਪਸ਼ੂ ਦਾ ਸੁਭਾਅ ਤੁਸੀਂ ਦੋਨਾਂ ਨੂੰ ਜਾਣਦੇ ਹੋ, ਕਿਉਂਕਿ ਟਰੀਟਮੈਂਟ ਕਰਦੇ ਹੋ ਉਹਨਾਂ ਦਾ, ਤੁਸੀਂ ਉਹਨਾਂ ਦਾ ਸੁਭਾਅ ਵੀ ਜਾਣ ਗਏ ਹੋ ਤੇ ਬੰਦਿਆਂ ਦਾ ਸੁਭਾਅ ਵੀ ਜਾਣ ਗਿਆ। ਤੁਹਾਨੂੰ ਕਿਹੜੇ ਜ਼ਿਆਦਾ ਬਿਹਤਰ ਲੱਗਦੇ? ਡੈਫੀਨਿਟਲੀ ਬੀਇੰਗ ਅ ਰਾਈਟਰ ਹਿਊਮਨ ਐਨਾਲਿਸਿਸ ਜਾਂ ਫਿਰ ਆਪਣੇ ਜਿਹੜੇ ਕਰੈਕਟਰਸ ਲਿਖੇ ਆ, ਕਰੈਕਟਰ ਸਕੈਚ ਕਰਨਾ ਪੈਂਦਾ ਹੈ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੀਇੰਗ ਅ ਵੈਟਨਰੀ ਡਾਕਟਰ ਮੇਰੀ ਐਨੀਮਲਸ ਨਾਲ ਜ਼ਿਆਦਾ ਅਟੈਚਮੈਂਟ। ਅਸੀਂ ਘਰੇ ਵੀ 2 ਸਟ੍ਰੇ ਡੌਗਸ ਅਡੋਪਟ ਕੀਤੇ ਹੋਏ ਨੇ। ਸੋ ਮੈਨੂੰ ਲੱਗਦਾ ਕਿ ਸਮਹਾਓ ਕਿਤੇ ਨਾ ਕਿਤੇ ਐਨੀਮਲਸ ਦੇ ਆਰ ਨੋਟ ਜੱਜਮੈਂਟਲ, ਉਹ ਤੁਹਾਨੂੰ ਜੱਜ ਨਹੀਂ ਕਰਦੇ। ਅਤੇ ਉਹ ਜਦੋਂ ਵੀ ਮੈਂ ਟਵਾਈਸ ਥਰਾਈਸ ਡੇ ਉਹਨਾਂ ਨੂੰ ਖਾਣਾ ਪਾਉਂਦੀ, ਉਹਨਾਂ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ। ਤਾਂ ਮੈਂ ਆਉਂਦੀ ਹਾਂ, ਉਹਨਾਂ ਨੂੰ ਬੁਲਾਉਂਦੀ ਹਾਂ, ਤਾਂ ਉਹ ਆਪਣੀ ਟੇਲ ਵੈਗ ਕਰਦੇ ਆ ਜਾਂਦੇ ਆ। ਤਾਂ ਉਹਦੇ ਵਿੱਚ ਇੱਕ ਲਿਮਿਟਲੈਸ ਅਫੈਕਸ਼ਨ ਹੈ ਉਹਦੇ ਵਿੱਚ। ਉਹ ਮੈਨੂੰ ਕਿਸੇ ਵੀ ਤਰੀਕੇ ਦੇ ਨਾਲ ਜੱਜ ਨਹੀਂ ਕਰਦੇ, ਬਿਕੋਜ਼ ਮੈਂ ਉਹਨਾਂ ਨੂੰ ਖਾਣਾ ਪਾਉਂਦੀ ਹਾਂ ਤਾਂ ਉਹਨਾਂ ਲਈ ਮੇਰੀ ਇੱਕ ਆਵਾਜ਼ ਹੁੰਦੀ, ਕਿਤੇ ਵੀ ਹੁੰਦੇ ਉਹ ਗਾਰਡਨ ਦੇ ਵਿੱਚੋਂ ਭੱਜੇ ਭੱਜੇ ਆਉਂਦੇ ਆ। ਸੋ ਬਾਕੀ ਇੱਦਾਂ ਹੈ ਕਿ ਇਨਸਾਨਾਂ ਦੇ ਵਿੱਚ ਵੀ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ, ਇੱਦਾਂ ਦੀ ਗੱਲ ਨਹੀਂ ਹੈਗੀ। ਅਤੇ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਹੈ। ਤਾਂ ਇੱਦਾਂ ਦਾ ਮੈਂ ਵੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਸੇ ਬੰਦੇ ਨੂੰ ਇਸ ਕੈਟੇਗਰੀ 'ਚ ਕੰਪਾਰਟਮੈਂਟਲਾਈਜ਼ ਕਰਾਂ। ਸੋ ਮੈਨੂੰ ਲੱਗਦਾ ਕਿ ਇੱਕ ਐਕਸੈਪਟੈਂਸ ਕਿ ਜਿਹੜੀ ਬੰਦੇ ਦੀ ਜਿਸ ਤਰ੍ਹਾਂ ਦੀ ਨੇਚਰ ਹੈ, ਤਾਂ ਇਟਸ ਓਕੇ, ਲਾਈਫ ਗੋਜ਼ ਔਨ। ਮਤਲਬ ਮੇਰੇ ਨੂੰ ਕੋਈ ਗਰਜਿਸ ਨਹੀਂ ਹੈ ਕਿਸੇ ਦੇ ਨਾਲ। ਤਾਂ ਬਟ ਬੀਇੰਗ ਅ ਵੈਟਨਰੀ ਡਾਕਟਰ ਡੈਫੀਨਿਟਲੀ ਐਨੀਮਲਸ ਨਾਲ ਜ਼ਿਆਦਾ ਅਟੈਚਮੈਂਟ ਹੈ। ਕਿਹੜੀਆਂ ਚੀਜ਼ਾਂ ਇਸ ਵੇਲੇ ਲੱਗਦੀਆਂ ਤੁਹਾਨੂੰ ਕਿ ਖਾਸ ਤੌਰ 'ਤੇ ਤੁਹਾਡੇ ਕਿੱਤੇ ਦੇ ਵਿੱਚ ਉਹ ਅਜੇ ਹੋਣੀਆਂ ਬਾਕੀ ਹੈ, ਹੋਣੀਆਂ ਚਾਹੀਦੀਆਂ ਆ, ਅਤੇ ਉਹਨਾਂ ਦੇ ਉੱਤੇ ਕੰਮ ਹੋ ਨਹੀਂ ਰਿਹਾ, ਪਰ ਜਿੰਨੀ ਛੇਤੀ ਹੋ ਸਕੇ ਕੰਮ ਹੋਣਾ ਚਾਹੀਦਾ ਹੈ? ਦੇਖੋ, ਜਿਹੜੀ ਡਿਵੈਲਪਮੈਂਟ ਹੈ ਨਾ, ਉਹ ਬੜੀ ਗ੍ਰੈਜੂਅਲ ਹੁੰਦੀ ਹੈ। ਮੈਂ 2006 ਤੋਂ ਐਜ਼ ਅ ਵੈਟਨਰੀ ਡਾਕਟਰ ਕੰਮ ਕਰ ਰਹੀ ਹਾਂ। ਮੈਂ ਆਪਣੇ ਪ੍ਰੋਫੈਸ਼ਨ ਦੇ ਵਿੱਚ, ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੀਆਂ ਪ੍ਰੋਗਰੈਸਿਵ ਚੇਂਜਸ ਦੇਖੀਆਂ ਨੇ। ਬਿਕੋਜ਼ ਜਦੋਂ ਅਸੀਂ 2006 'ਚ ਆਏ ਤਾਂ ਜ਼ਿਆਦਾ ਕੁੜੀਆਂ ਨਹੀਂ ਸੀ, ਫਿਰ ਹੌਲੀ ਹੌਲੀ ਕੁੜੀਆਂ ਦਾ ਆਉਣਾ ਸ਼ੁਰੂ ਹੋਇਆ, ਅਤੇ ਡਿਪਾਰਟਮੈਂਟ ਜਿਹੜਾ ਬਹੁਤ ਸਪੋਰਟ ਕਰਦਾ ਹੈ। ਕਈ ਹਸਪੀਟਲਸ ਹੁੰਦੇ ਆ ਜਿਨ੍ਹਾਂ ਵਿੱਚ ਵਾਸ਼ਰੂਮਸ ਨਹੀਂ ਹੁੰਦੇ, ਲੇਡੀਜ਼ ਨੂੰ ਬੜੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਉਸ ਵਿੱਚ ਡਿਪਾਰਟਮੈਂਟ ਨੇ ਪਿੱਛੇ ਜੇ ਕਿਹਾ ਕਿ ਲਿਖ ਕੇ ਦਿਓ ਸਾਨੂੰ ਕਿਹੜੇ ਹਸਪੀਟਲ 'ਚ ਵਾਸ਼ਰੂਮਸ ਨੇ, ਅਸੀਂ ਉਹ ਬਣਵਾ ਕੇ ਦਿੰਦੇ ਹਾਂ। ਸੋ ਮੈਨੂੰ ਇਹ ਲੱਗ ਰਿਹਾ ਕਿ ਗ੍ਰੈਜੂਅਲੀ ਇੰਪਰੂਵਮੈਂਟ ਹੀ ਆ ਰਹੀ ਹੈ ਪ੍ਰੋਫੈਸ਼ਨ 'ਚ, ਘਟਾ ਨਹੀਂ ਹੋ ਰਿਹਾ ਇਹਦੇ ਵਿੱਚ ਇੰਪਰੂਵਮੈਂਟ ਆ ਰਹੀ ਹੈ, ਇਹਦੇ ਵਿੱਚ ਐਕਸੈਪਟੈਂਸ ਆ ਰਹੀ ਹੈ। ਸਾਡੀਆਂ ਲੇਡੀ ਵੈਟਨਰੀ ਡਾਕਟਰਸ ਜਿਹੜੀਆਂ ਇਕੱਲੀਆਂ ਵੈਟਨਰੀ ਆਫਿਸਰਸ ਨਹੀਂ ਹੈ, ਉਹ ਹੋਰ ਅਹੁਦਿਆਂ ਦੇ ਵਿੱਚ ਐਜ਼ SVO, ਐਜ਼ AD ਉਹ ਵੀ ਕੰਮ ਕਰ ਰਹੀਆਂ ਨੇ। ਸੋ ਇੰਪਰੂਵਮੈਂਟ ਹੋ ਰਹੀ ਹੈ, ਇਟਸ ਗ੍ਰੈਜੂਅਲ। ਬਹੁਤ ਸਾਰੀਆਂ ਗੱਲਾਂ ਜਿਹੜੇ 'ਚ ਅਸੀਂ ਚਾਹੁੰਦੇ ਹਾਂ ਕਿ ਇੰਪਰੂਵਮੈਂਟ ਹੋਵੇ, ਉਹ ਅਸੀਂ ਡਿਪਾਰਟਮੈਂਟ ਨੂੰ ਇੰਟੀਮੇਟ ਕਰ ਦਿੰਦੇ ਹਾਂ ਅਤੇ ਉਹਨਾਂ 'ਤੇ ਐਕਸ਼ਨ ਵੀ ਲਿਆ ਜਾਂਦਾ। ਸੋ ਮੈਨੂੰ ਲੱਗਦਾ ਕਿ ਜੋ ਕੁਝ ਵੀ ਹੋ ਰਿਹਾ ਇਟਸ ਫॉर ਦਾ ਬੈਟਰਮੈਂਟ, ਅਤੇ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਜ਼ਿਆਦਾ ਵਧੀਆ ਸਰਵਿਸਿਜ਼ ਜਿਹੜੀਆਂ ਉਹ ਫਾਰਮਰਸ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਨਾਲ ਕੋਈ ਇੱਦਾਂ ਦਾ ਵੀ ਸਿਲਸਿਲਾ ਰੱਖਿਆ ਕਿ ਜੇ ਕਿਤੇ ਲੱਗਦਾ ਕਿ ਕੋਈ ਆਸ-ਪਾਸ ਜਾਂ ਘੱਟੋ ਘੱਟ ਤੁਹਾਡੇ ਜਾਣਕਾਰੀ ਦੇ ਵਿੱਚ ਕੋਈ ਇਹੋ ਜਿਹੀ ਲੜਕੀ ਹੈਗੀ ਆ ਜਿਹੜੀ ਇਸ ਕਿੱਤੇ ਦੇ ਵਿੱਚ ਆਉਣਾ ਚਾਹੁੰਦੀ ਹੈ ਅਤੇ ਉਹਨੂੰ ਗਾਈਡੈਂਸ ਦੀ ਜ਼ਰੂਰਤ ਹੈ, ਅਗਵਾਈ ਦੀ ਜ਼ਰੂਰਤ ਹੈ, ਅਤੇ ਤੁਸੀਂ ਉਹਨਾਂ ਦੀ ਅਗਵਾਈ ਕਰਨ ਦੇ ਲਈ ਅੱਗੇ ਵਧੇ ਹੋਵੋ ਕਿ ਮੈਂ ਉਂਗਲ ਫੜ ਕੇ ਤੈਨੂੰ ਦੱਸਦੀ ਹਾਂ ਕਿ ਕਿੱਥੇ ਕਿੱਥੇ ਜਾਣਾ, ਕਿਵੇਂ ਕਿਵੇਂ ਕੰਮ ਕਰਨਾ ਤਾਂ ਕਿ ਇਸ ਕਿੱਤੇ ਦੇ ਵਿੱਚ ਆ ਸਕੋ?
ਦੇਖੋ ਜੀ, ਉਂਗਲ ਫੜਨ ਦੀ ਗੱਲ ਤਾਂ ਨਹੀਂ ਹੈ, ਮਿਹਨਤ ਤਾਂ ਬੰਦੇ ਨੂੰ ਆਪ ਹੀ ਕਰਨੀ ਪੈਂਦੀ ਹੈ, ਪਰ ਗਾਈਡੈਂਸ ਡੈਫੀਨੇਟਲੀ ਜਦੋਂ ਵੀ ਕੋਈ ਮੇਰੇ ਕੋਲ ਆਂਦਾ ਹੈ ਤੇ ਪੁੱਛਦਾ ਹੈ ਕਿ ਵੈਟਨਰੀ ਡਿਗਰੀ 'ਚ ਐਡਮਿਸ਼ਨ ਕਿੱਦਾਂ ਲੈਣੀ ਹੈ, ਤਾਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਨੇ ਕਿ ਤੁਸੀਂ ਗੜਵਾਸੂ ਦਾ ਅਲੱਗ ਤੋਂ ਐਂਟਰੈਂਸ ਟੈਸਟ ਹੁੰਦਾ ਹੈ। ਆਈ ਥਿੰਕ ਹੁਣ ਉਹਨਾਂ ਨੇ ਕੰਬਾਈਨ ਕਰਤਾ ਹੈ, ਮੈਨੂੰ ਲੱਗਦਾ ਹੈ, ਬਿਕੋਜ਼ ਅਸੀਂ ਜਦੋਂ 2000 'ਚ ਐਡਮਿਸ਼ਨ ਲਈ ਸੀ ਉਹਨਾਂ ਦਾ ਅਲੱਗ ਤੋਂ ਐਂਟਰੈਂਸ ਟੈਸਟ ਹੁੰਦਾ ਸੀ। ਤਾਂ ਇਹ ਗਾਈਡੈਂਸ ਪੂਰੀ ਦਿੰਦੀ ਹੈ। ਤਾਂ ਮੈਨੂੰ ਹਾਲੇ ਵੀ ਯਾਦ ਹੈ ਕਿ ਜਿਹੜਾ ਮੇਰੀ ਪਹਿਲੀ ਪੋਸਟਿੰਗ ਸੀ ਖੜਕਾ, ਉੱਥੇ ਇੱਕ ਫਾਰਮਰ ਸੀ ਮਿਸਟਰ ਸ਼ੀਮਾ। ਉਹਨਾਂ ਨੇ ਇੱਕ ਵਾਰ ਮੈਨੂੰ ਘਰ ਇਨਵਾਈਟ ਕੀਤਾ ਕਿ ਮੇਰੀ ਬੇਟੀ ਨਾ ਬੜੀ ਦੁੱਜਤੀ 'ਚ ਹੈ ਕਿ MBBS ਲੈਣੀ ਹੈ, ਕਿ ਵੈਟਨਰੀ ਲੈਣੀ ਹੈ, ਤਾਂ ਪਲੀਜ਼ ਉਹਨੂੰ ਆ ਕੇ ਗਾਈਡ ਕਰੋ। ਫਿਰ ਮੈਂ ਉਹਨਾਂ ਦੀ ਬੇਟੀ ਨੂੰ ਮਿਲੀ ਅਤੇ ਉਹਨਾਂ ਦਾ ਖੁਦ ਦਾ ਬੜਾ ਵੱਡਾ ਫਾਰਮ ਸੀ, ਅਤੇ ਉਹ ਇੰਟਰਸਟਿਡ ਸੀ ਕਿ ਉਹਨਾਂ ਦੀ ਬੇਟੀ MBBS 'ਚ ਨਾ ਜਾਵੇ ਅਤੇ ਵੈਟਨੇਰੀਅਨ ਬਣੇ, ਅਤੇ ਉਹਨਾਂ ਦੇ ਫਾਰਮ ਨੂੰ ਮੈਨੇਜ ਕਰ ਰਹੀ ਹੈ। ਅਤੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਅਤੇ ਮੈਂ ਉਹਨੂੰ ਦੱਸਿਆ ਕਿ ਵੈਟਨੇਰੀਅਨ ਜਿਹੜਾ ਕੁੜੀਆਂ ਵਾਲੀ ਫੀਲਡ ਬਹੁਤ ਵਧੀਆ ਹੈਗਾ, ਅਤੇ ਇਹਦੇ ਵਿੱਚ ਕੁਛ ਘਟਾਅ ਵਾਲੀ ਗੱਲ ਨਹੀਂ ਹੈਗੀ ਕਿ ਜੇ ਤੂੰ ਐਜ਼ ਵੈਟਰਨਰੀ ਡਾਕਟਰ ਕੰਮ ਕਰਨਾ ਚਾਹੁੰਦੀ ਹਾਂ। ਤਾਂ ਸਮਹਾਉ ਮੈਨੂੰ ਲੱਗਦਾ ਕਿ ਮੇਰੀਆਂ ਗੱਲਾਂ ਨੇ ਉਹਦੇ ਮਾਈਂਡ ਨੂੰ ਇਨਫਲੂਐਂਸ ਕੀਤਾ, ਅਤੇ ਉਸ ਤੋਂ ਬਾਅਦ ਉਹ ਕੁੜੀ ਨੇ ਵੈਟਨਰੀ 'ਚ ਐਡਮਿਸ਼ਨ ਲਈ, ਅਤੇ ਨਾਓ ਸ਼ੀ ਇਜ਼ ਅ ਵੈਰੀ ਸਕਸੈਸਫੁਲ ਵੈਟਨਰੀ ਡਾਕਟਰ। ਆਪਣੇ ਫਾਰਮ ਅਤੇ ਆਪਣੇ ਪਸ਼ੂਆਂ ਦਾ ਆਪ ਇਲਾਜ ਕਰਦੀ ਹੈ, ਅਤੇ ਜਦੋਂ ਕਦੇ ਕੋਈ ਲੋੜ ਪਵੇ ਤਾਂ ਹਮੇਸ਼ਾ ਕਾਲ ਕਰਦੀ ਹੈ। ਸੋ ਕਿਸੇ ਨੂੰ ਵੀ ਆਈ ਥਿੰਕ ਸੁਜੈਸ਼ਨ ਦੇਣ ਤੋਂ ਜਾਂ ਸਲਾਹ ਦੇਣ ਤੋਂ ਮੈਂ ਕਦੇ ਗੁਰੇਜ਼ ਨਹੀਂ ਕੀਤਾ। ਐਨੀਵਨ ਇਜ਼ ਆਲਵੇਜ਼ ਵੈਲਕਮ। ਪਰ ਜਿਹੜੀ ਮਿਹਨਤ ਕਰਨੀ ਹੈ ਉਸ ਟੈਸਟ 'ਚ ਐਡਮਿਸ਼ਨ ਲੈਣ ਲਈ, ਜਾਂ ਜਿਹੜਾ ਐਫਰਟ ਕਰਨਾ ਹੈ, ਉਹ ਸਮਹਾਉ ਇੱਕ ਇੰਡੀਵਿਜੂਅਲ ਨੂੰ ਖੁਦ ਹੀ ਕਰਨਾ ਪੈਂਦਾ। ਉਹਦੇ 'ਚ ਕੋਈ ਤੁਹਾਡੀ ਬਹੁਤੀ ਹੈਲਪ ਨਹੀਂ ਕਰ ਸਕਦਾ। ਉਹ ਜਿਹੜਾ ਰਸਤਾ ਤੁਸੀਂ ਚੱਲਣਾ ਹੈ ਨਾ, ਉਹ ਤੁਹਾਨੂੰ ਖੁਦ ਹੀ ਉਸ ਰਸਤੇ 'ਤੇ ਚੱਲਣਾ ਪੈਂਦਾ। ਪਰ ਗਾਈਡੈਂਸ ਲਈ ਤਾਂ ਹਮੇਸ਼ਾ ਤਿਆਰ ਰਹਿੰਦੀ ਹਾਂ। ਗਾਈਡੈਂਸ ਲਈ ਤਿਆਰ ਰਹਿੰਦੇ ਹੋ। ਡਾਕਟਰ ਰਾਣਾਪ੍ਰੀਤ ਹੋਰਾਂ ਦਾ ਇੰਟਰਵਿਊ ਕਰਨ ਦਾ ਸਾਡਾ ਮਕਸਦ ਇਹ ਸੀਗਾ ਕਿ TV ਪੰਜਾਬ ਦੇ ਜ਼ਰੀਏ ਜਿਹੜੇ ਸਾਡੇ ਵਿਊਵਰਸ ਨੇ ਉਹਨਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਈ ਜਾਵੇ ਕਿ ਉਹ ਜਿਹੜੀਆਂ ਬਾਉਂਡਰੀਜ਼, ਜਿਹੜੀਆਂ ਹੱਦਾਂ ਬਣਾਈਆਂ ਗਈਆਂ ਸੀਗੀਆਂ, ਜਿਹੜੇ ਮਾਪਦੰਡ ਤੈਅ ਕੀਤੇ ਗਏ ਸੀਗੇ ਕਿ ਆਹ ਬੰਦਾ ਆਹੀ ਕੰਮ ਕਰੇਗਾ, ਔਰਤ ਆਹੀ ਕੰਮ ਕਰੇਗੀ, ਉਹ ਸਾਰਾ ਕੁਝ ਬਾਉਂਡਰੀਜ਼ ਜਿਹੜੀਆਂ ਉਹ ਟੁੱਟਦੀਆਂ ਨਜ਼ਰ ਆ ਰਹੀਆਂ ਨੇ। ਅਤੇ ਸਹੀ ਮਾਇਨਿਆਂ ਦੇ ਵਿੱਚ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਨਾ, ਕੱਲਾ ਜਿਹੜਾ ਇਮਾਰਤਾਂ ਵੱਡੀਆਂ ਬਣ ਜਾਣੀਆਂ, ਸੜਕਾਂ ਜਾਂ ਇਨਫਰਾਸਟ੍ਰਕਚਰ ਠੀਕ ਹੋ ਜਾਣਾ, ਉਹੀ ਵਿਕਾਸ ਨਹੀਂ ਹੁੰਦਾ। ਵਿਕਾਸ ਬੌਧਿਕ ਪੱਧਰ 'ਤੇ ਤੁਸੀਂ ਕਿੱਥੋਂ ਤੱਕ ਪਹੁੰਚਦੇ ਆ, ਤੁਹਾਡਾ ਸਮਾਜ ਜਿਹੜੀਆਂ ਉਹਦੇ ਵਿੱਚ ਕੁਰੀਤੀਆਂ ਸੀ ਜਾਂ ਖਾਮੀਆਂ ਸੀ, ਉਹਨਾਂ ਨੂੰ ਕਿੰਨੀ ਛੇਤੀ ਦੂਰ ਕਰਦਾ ਆ ਅਤੇ ਕਿੰਨੀ ਛੇਤੀ ਉਹਦੇ ਤੋਂ ਪਾਰ ਪਾਉਂਦਾ ਆ, ਇਹਦੇ ਤੋਂ ਵਿਕਾਸ ਸਹੀ ਮਾਇਨਿਆਂ ਦੇ ਵਿੱਚ ਜਾਣਿਆ ਜਾਂਦਾ। ਅਤੇ ਜਦੋਂ ਅਸੀਂ ਡਾਕਟਰ ਰਾਣਾਪ੍ਰੀਤ ਹੋਰਾਂ ਨੂੰ ਦੇਖਦੇ ਹਾਂ ਤਾਂ ਲੱਗਦਾ ਕਿ ਸਾਡਾ ਸਮਾਜ ਵਿਕਾਸ ਕਰ ਰਿਹਾ ਆ। ਉਹ ਜਿਹੜੀਆਂ ਔਰਤਾਂ ਦੇ ਲਈ ਹੱਦਾਂ ਸੀਗੀਆਂ, ਉਹ ਹੱਦਾਂ ਟੁੱਟਦੀਆਂ ਨਜ਼ਰ ਆ ਰਹੀਆਂ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਦੇਖ ਕੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦੀਆਂ ਨੇ, ਪਰ ਕੁਝ ਹਿਚਕਚਾਹਟ ਹੋਏਗੀ ਜਾਂ ਕੁਝ ਉਹਨਾਂ ਨੂੰ ਮਿੱਥਾਂ ਬਣਾ ਕੇ ਦੇ ਦਿੱਤੀਆਂ ਗਈਆਂ ਕਿ ਤੁਸੀਂ ਨਹੀਂ ਉੱਧਰ ਜਾਓਗੇ, ਉਹ ਮਿੱਥਾਂ ਟੁੱਟਦੀਆਂ ਵੀ ਨਜ਼ਰ ਆਉਣਗੀਆਂ। ਫਿਰ ਡੈਫੀਨੇਟਲੀ ਆਈ ਬੀ ਵੈਰੀ ਹੈਪੀ। ਇਨਫੈਕਟ ਕੱਲ੍ਹ ਹੀ ਮੈਨੂੰ ਮੇਰੀ ਕੱਲ੍ਹ ਆਲ ਇੰਡੀਆ ਰੇਡੀਓ 'ਤੇ ਇੱਕ ਇੰਟਰਵਿਊ ਸੀ, ਅਤੇ ਉਸ ਤੋਂ ਬਾਅਦ ਮੈਨੂੰ ਇੰਸਟਾਗ੍ਰਾਮ ਦੇ ਮੈਸੇਜਿਸ ਵਿੱਚ ਇੱਕ ਲੜਕੀ ਨੇ ਬਹੁਤ ਵਧੀਆ ਮੈਸੇਜ ਭੇਜਿਆ। ਉਹਨੇ ਲਿਖਿਆ ਕਿ ਮੈਡਮ ਮੈਂ +2 ਦੀ ਵਿਦਿਆਰਥਣ ਹਾਂ, ਅਤੇ ਹੁਣ ਤੁਹਾਡੀ ਇੰਟਰਵਿਊ ਸੁਣ ਕੇ ਮੇਰਾ ਦਿਲ ਕਰਦਾ ਕਿ ਮੈਂ BVSC 'ਚ ਐਡਮਿਸ਼ਨ ਲੈ ਲਾਂ। ਅਤੇ ਮੈਨੂੰ ਬੜੀ ਖੁਸ਼ੀ ਹੋਈ, ਅਤੇ ਮੈਂ ਉਹਨੂੰ ਜਿਹੜਾ ਹੈਗਾ ਪ੍ਰੋਤਸਾਹਿਤ ਕੀਤਾ, ਉਹਨੂੰ ਕਿਹਾ ਕਿ ਡੈਫੀਨੇਟਲੀ ਇਨਕਰੇਜ ਕੀਤਾ ਕਿ ਤੂੰ ਹਾਂ ਕਰ। ਅਤੇ ਇੱਦਾਂ ਦੀਆਂ ਜਦੋਂ ਛੋਟੀ ਗੱਲਾਂ ਹੁੰਦੀਆਂ, ਕੋਈ ਕਹਿ ਦਿੰਦਾ ਹੈ ਕਿ ਅਸੀਂ ਤੁਹਾਡੀ ਗੱਲਾਂ ਸੁਣ ਕੇ ਅਸੀਂ ਵੀ ਵੈਟਨਰੀ ਕਰਨਾ ਚਾਹੁੰਦੇ ਹਾਂ, ਤਾਂ ਬਹੁਤ ਵਧੀਆ ਲੱਗਦਾ ਹੈਗਾ ਅਤੇ ਬੜਾ ਮਾਣ ਮਹਿਸੂਸ ਹੁੰਦਾ ਹੈ। ਅਤੇ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਸ਼ੋਅ 'ਤੇ ਬੁਲਾਉਣ ਦਾ। ਥੈਂਕ ਯੂ ਸੋ ਮਚ। ਸ਼ੁਕਰੀਆ। ਸੋ ਡਾਕਟਰ ਰਾਣਾਪ੍ਰੀਤ ਹੋਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ, ਜਿਹੜੇ ਵੈਟਨਰੀ ਡਾਕਟਰ ਨੇ, ਔਰ ਇਹ ਇੱਦਾਂ ਦੀਆਂ ਉਦਾਹਰਨਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਪਰ ਪੰਜਾਬ ਦੇ ਵਿੱਚ ਹੁਣ ਇਹ ਉਦਾਹਰਨਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਨੇ। ਅਤੇ ਉਮੀਦ ਰੱਖਦੇ ਹਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ, ਔਰ ਇਸ ਨੌਜਵਾਨ ਪੀੜ੍ਹੀ 'ਚ ਖਾਸ ਕਰਕੇ ਅੱਧੀ ਆਬਾਦੀ ਜਿਹੜੀ ਹੈ, ਉਹ ਹੁਣ ਟੀਚੇ ਮਿੱਥੇਗੀ, ਉਹਨਾਂ ਟੀਚਿਆਂ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕਰੇਗੀ, ਅਤੇ ਲੱਗੇਗਾ ਕਿ ਸਹੀ ਮਾਇਨਿਆਂ ਦੇ ਵਿੱਚ ਸਾਡਾ ਸਮਾਜ ਵਿਕਾਸ ਕਰ ਰਿਹਾ ਆ, ਅਸੀਂ ਅੱਗੇ ਵੱਲ ਨੂੰ ਵੱਧ ਰਹੇ ਹਾਂ, ਅਸੀਂ 21ਵੀਂ ਸਦੀ ਦੇ ਵਿੱਚ ਪਹੁੰਚੇ ਹੋਏ ਹਾਂ। ਅਤੇ ਜੇ ਇਹ ਸਾਰਾ ਕੁਝ ਨਹੀਂ ਹੁੰਦਾ ਨਜ਼ਰ ਆਏਗਾ, ਤਾਂ ਫਿਰ ਲੱਗੇਗਾ ਕਿ ਸ਼ਾਇਦ ਅਸੀਂ ਅਜੇ ਉਹ ਆਧੁਨਿਕ ਯੁੱਗ ਦੇ ਵਿੱਚ ਆਮਦ ਹੀ ਨਹੀਂ ਕੀਤੀ। ਫਿਲਹਾਲ ਇਸੇ ਦੇ ਨਾਲ ਇਜਾਜ਼ਤ ਦਿਓ। ਕੈਮਰਾਮੈਨ ਪ੍ਰਵੀਨ ਬੌਬੀ ਅਤੇ ਜਸਵੀਰ ਨੂੰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।